हाँ जी मैम, नमस्कार जी। हाँ जी नमस्ते मैम। जी जी। हेलो जी मैम, स्टार्ट कर दिए जी। हाँ जी मैम, हो गए टाइम तो 2 बजे। बस 1 मिनट दो। ओके मैम। पार्टिसिपेंट इन हो रहे हैं। करिए मैम स्टार्ट। हेलो। हाँ जी मैम। ओके मैम। कर दो जी, कर दो कर दो। ओके, मैं आवाज ठीक आ रही है मैम? बिल्कुल क्लियर है जी, क्लियर। ओके, थैंक यू मैम। सत श्री अकाल जी साਰਿਆਂ ਨੂੰ। मैं जसप्रीत कौर, गवर्नमेंट ITI वुमेन कोटकपूरा तो। सब तो पहला तो मैं अपने डिपार्टमेंट का डायरैक्टर ਸਾਹਿਬ ਦਾ ਅਤੇ ਖਾਸ ਤੌਰ ਤੇ IT OT ਦੇ ਸਾਰੇ ਹੀ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਪਲੇਟਫਾਰਮ ਤੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ ਦਾ ਮੌਕਾ ਦਿੱਤਾ। ਤਾਂ ਅੱਜ ਦਾ ਮੇਰਾ ਟੌਪਿਕ ਹੈ ਫੈਬਰਿਕ ਫੰਡਾਮੈਂਟਲ। ਫੈਬਰਿਕ ਫੰਡਾਮੈਂਟਲ ਜਿਵੇਂ ਸਾਰੇ ਹੀ ਜਾਣਦੇ ਨੇ ਕਿ ਇੱਕ ਕੱਪੜਾ ਕਿਸ ਤਰੀਕੇ ਨਾਲ ਤਿਆਰ ਹੁੰਦਾ ਹੈ ਤੇ ਉਹ ਕਿਹੜੀਆਂ-ਕਿਹੜੀਆਂ ਵਿਧੀਆਂ ਦੇ ਵਿੱਚੋਂ ਨਿਕਲ ਕੇ ਸਾਡੇ ਕੋਲੇ ਇੱਕ ਪ੍ਰੋਪਰ ਕੱਪੜੇ ਦੇ ਰੂਪ ਵਿੱਚ ਬਣ ਕੇ ਆਉਂਦਾ। ਇਸ ਤੋਂ ਪਹਿਲਾਂ ਟੌਪਿਕ ਤੇ ਜਾਈਏ, ਆਪਾਂ ਗੱਲ ਕਰਦੇ ਹਾਂ ਮਿਸ਼ਨ ਫਤਿਹ ਦੀ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਕਰੋਨਾ ਦੀ ਬਿਮਾਰੀ ਦਿਨ ਬ ਦਿਨ ਇੰਨੀ ਕੁ ਵੱਧਦੀ ਜਾ ਰਹੀ ਹੈ ਕਿ ਹਰ ਇੱਕ ਪਰਿਵਾਰ ਦੇ ਵਿੱਚੋਂ ਜਾਂ ਕਿਸੇ ਵੀ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਵੀ ਹੁਣੇ ਕਾਫੀ ਤਰ੍ਹਾਂ ਆਪਣੇ ਪੈਰ ਫਸਾਰ ਚੁੱਕਿਆ। ਤਾਂ ਸਾਨੂੰ ਇਸ ਦੇ ਪ੍ਰਤੀ ਬਹੁਤ ਹੀ ਜਾਗਰੂਕ ਹੋਣਾ ਚਾਹੀਦਾ ਹੈ। ਅਸੀਂ ਪੜ੍ਹੇ ਲਿਖੇ ਹੋ ਕੇ ਵੀ ਕਈ ਅਜਿਹੀਆਂ ਗਲਤੀਆਂ ਕਰ ਲੈਂਦੇ ਹਾਂ ਕਿ ਸਾਨੂੰ ਉਹਨਾਂ ਦਾ ਨੁਕਸਾਨ ਭੁਗਤਣਾ ਪੈਂਦਾ। ਤਾਂ ਮੇਰੀ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਅਸੀਂ ਆਪਣੇ ਹੱਥਾਂ ਨੂੰ ਵਾਰ-ਵਾਰ ਸਾਫ਼ ਕਰੀਏ। ਚਾਹੇ ਜੋ ਵੀ ਤੁਸੀਂ ਕੰਮ ਕੀਤਾ ਉਸ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਤੁਸੀਂ ਸਾਫ਼ ਕਰੋ, ਸੈਨੀਟਾਈਜ਼ਰ ਦੀ ਵਰਤੋਂ ਕਰੋ, ਮਾਸਕ ਨੂੰ ਪਹਿਨ ਕੇ ਰੱਖੋ, ਬਿਨਾਂ ਕੰਮ ਤੋਂ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੋ ਅਤੇ ਆਪਣੇ ਪਰਿਵਾਰ ਦੇ ਵਿੱਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਤੌਰ ਤੇ ਧਿਆਨ ਰੱਖੋ ਤੇ ਤਾਂ ਜੋ ਆਪਾਂ ਇਸ ਮਿਸ਼ਨ ਨੂੰ ਫਤਿਹ ਕਰ ਸਕੀਏ। ਹੁਣ ਅਸੀਂ ਗੱਲ ਕਰਾਂਗੇ ਅੱਜ ਆਪਾਂ ਇਸ ਚੈਪਟਰ ਦੇ ਵਿੱਚ ਕੀ ਪੜਾਂਗੇ। ਆਪਾਂ ਰੇਸ਼ੇ ਬਾਰੇ ਪੜਾਂਗੇ। ਕੱਪੜਾ ਇੱਕ ਰੇਸ਼ੇ ਤੋਂ ਤਿਆਰ ਹੁੰਦਾ ਹੈ ਜਿਸ ਨੂੰ ਅਸੀਂ ਫਾਈਬਰ ਕਹਿੰਦੇ ਆ। ਰੇਸ਼ੇ ਦੀ ਬਣਤਰ ਕੀ ਹੁੰਦੀ ਹੈ, ਰੇਸ਼ੇ ਦੀਆਂ ਕਿਸਮਾਂ, ਸੂਤ ਨੂੰ ਕਿਸ ਤਰੀਕੇ ਨਾਲ ਕੱਤਿਆ ਜਾਂਦਾ, ਸੂਤ ਦੀਆਂ ਦਿਸ਼ਾਵਾਂ, ਸੂਤ ਦੀਆਂ ਕਿਸਮਾਂ, ਸੂਤ ਸਮਿਸ਼ਰਣ ਕਿਸ ਤਰੀਕੇ ਨਾਲ ਸੂਤ ਨੂੰ ਤਿਆਰ ਕੀਤਾ ਜਾਂਦਾ ਹੈ, ਸੂਤ ਦੀ ਗਿਣਤੀ ਅਸੀਂ ਉਹਨੂੰ ਕਿਸ ਤਰੀਕੇ ਨਾਲ ਗਿਣਦੇ ਆ, ਸੂਤ ਦੀ ਪੈਕਿੰਗ ਕਿ ਧਾਗਾ ਕਿਸ ਤਰੀਕੇ ਨਾਲ ਪੈਕ ਕੀਤਾ ਜਾਂਦਾ ਹੈ, ਥ੍ਰੈਡ, ਕੱਪੜੇ ਦੀਆਂ ਬੁਣਤਾਂ ਅਤੇ ਰੇਸ਼ੇ ਅਤੇ ਉਹਨਾਂ ਦੇ ਮੂਲ ਗੁਣ ਅਤੇ ਰੇਸ਼ਿਆਂ ਦਾ ਵਰਗੀਕਰਨ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਰੇਸ਼ੇ ਦੀ। ਸਾਰੇ ਹੀ ਜਾਣਦੇ ਕਿ ਜਿਹੜੇ ਵੀ ਅਸੀਂ ਕੱਪੜੇ ਪਾਉਂਦੇ ਆ ਉਹ ਇੱਕ ਬਰੀਕ ਤੰਦਾਂ ਦਾ ਬਣਿਆ ਹੁੰਦਾ ਹੈ। ਬਰੀਕ ਕੱਪੜਾ ਜੋ ਵੀ ਕਿਸੇ ਵੀ ਤਰ੍ਹਾਂ ਦਾ ਕੱਪੜਾ ਹੈ ਉਹ ਬਰੀਕ ਰੇਸ਼ਿਆਂ ਨਾਲ ਤਿਆਰ ਕੀਤਾ ਜਾਂਦਾ ਹੈ। ਕੱਪੜੇ ਦੀ ਮੂਲ ਇਕਾਈ ਕੀ ਹੈ? ਰੇਸ਼ੇ। ਕੋਈ ਵੀ ਸਿਲਾਈ ਸਿੱਖ ਰਿਹਾ ਇਨਸਾਨ ਹੈ ਜਾਂ ਸਿਲਾਈ ਸਿੱਖ ਰਹੇ ਬੱਚਿਆਂ ਦੇ ਲਈ ਕੱਪੜੇ ਦੇ ਸੰਬੰਧ ਵਿੱਚ ਇਸ ਜਾਣਕਾਰੀ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਸਿਉਣ ਵਾਲੇ ਨੂੰ ਪਤਾ ਲੱਗ ਸਕੇ ਕਿ ਕੱਪੜਾ ਕਿਸ ਕਿਸਮ ਦਾ ਹੈ। ਕਿਉਂਕਿ ਜਿਹੜਾ ਵੀ ਅਸੀਂ ਕੱਪੜਾ ਪਾਉਂਦੇ ਆ ਉਹਦੀ ਕਿਸਮ ਦਾ ਸੀਣ ਵਾਲੇ ਲਈ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਹੀ ਅਕੋਰਡਿੰਗ ਅਸੀਂ ਸਿਲਾਈ ਦੀ ਮਸ਼ੀਨ ਉੱਪਰ ਜਿਹੜੀ ਸੂਈ ਦੀ ਵਰਤੋਂ ਕਰਦੇ ਆ ਜਾਂ ਰੀਲ ਦੀ ਵਰਤੋਂ ਕਰਦੇ ਆ ਤਾਂ ਉਹ ਕੱਪੜੇ ਦੇ ਅਕੋਰਡਿੰਗ ਹੀ ਵਰਤੀ ਜਾਣੀ ਚਾਹੀਦੀ ਹੈ। ਇਸ ਲਈ ਸਾਨੂੰ ਕੱਪੜੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਜਾਣਦੇ ਹਾਂ ਕਿ ਜੋ ਕੱਪੜਾ ਅਸੀਂ ਪਾਉਂਦੇ ਹਾਂ ਉਹ ਬਰੀਕ ਛੋਟੀਆਂ ਤੰਦਾਂ ਦਾ ਬਣਿਆ। ਤੁਸੀਂ ਦੇਖੋ ਤੁਹਾਡਾ ਜੋ ਵੀ ਤੁਸੀਂ ਵਸਤਰ ਨੂੰ ਆਪਣੇ ਸਰੀਰ ਨੂੰ ਢੱਕਣ ਦੇ ਲਈ ਪਾਇਆ ਜਾਂਦਾ ਤਾਂ ਉਹ ਬਰੀਕ ਤਾਰਾਂ ਦਾ ਬਣਿਆ ਹੁੰਦਾ ਜਿਹਨੂੰ ਅਸੀਂ ਰੇਸ਼ੇ ਕਹਿੰਦੇ ਆ। ਇਹ ਰੇਸ਼ੇ ਕੀ ਹੈ? ਕੱਪੜੇ ਦੀ ਇੱਕ ਮੂਲ ਇਕਾਈ ਹਨ। ਜਿਵੇਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ, ਤੁਹਾਨੂੰ ਦੋ ਪਿਕਚਰ ਦੇ ਵਿੱਚ ਸ਼ੋ ਹੋ ਰਿਹਾ। ਇੱਕ ਸਾਈਡ ਤੇ ਮੈਂ ਪਿਕਚਰ ਸ਼ੋ ਕੀਤੀ ਹੈ ਸਿੰਥੈਟਿਕ ਰੇਸ਼ੇ ਤੇ ਇੱਕ ਸਾਈਡ ਤੇ ਹੈਗਾ ਤੁਹਾਡੇ ਕੋਲੇ ਕਾਟਨ ਦੇ ਰੇਸ਼ੇ। ਉਸ ਤੋਂ ਬਾਅਦ ਸਾਡੇ ਕੋਲੇ ਆ ਜਾਂਦਾ ਹੈ ਰੇਸ਼ੇ ਦੀ ਬਣਤਰ।
ਹੁਣ ਰੇਸ਼ਾ ਤੁਸੀਂ ਜਦੋਂ ਲੈਣੇ ਹੋ ਤਾਂ ਤੁਹਾਨੂੰ ਰੇਸ਼ੇ ਦੀ ਬਣਤਰ ਬਾਰੇ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਰੇਸ਼ੇ ਦੀ ਬਣਤਰ ਦੋ ਤਰ੍ਹਾਂ ਦੀ ਹੁੰਦੀ ਹੈ, ਫਿਲਾਮੈਂਟ ਰੇਸ਼ੇ ਤੇ ਸਟੈਪਲ ਰੇਸ਼ੇ। ਪਿਕਚਰ ਦੇ ਵਿੱਚ ਦੇਖ ਰਹੇ ਹੋ ਫਿਲਾਮੈਂਟ ਰੇਸ਼ੇ ਕਿਹੜੇ ਹੁੰਦੇ ਨੇ, ਕੁਦਰਤੀ ਅਤੇ ਖਣਿਜ ਪਦਾਰਥਾਂ ਤੋਂ ਤਿਆਰ ਕੀਤੇ ਜਾਂਦੇ ਨੇ। ਇਹ ਇੱਕ ਲੰਬਾ ਰੇਸ਼ਾ ਹੁੰਦਾ ਹੈ। ਫਸਟ ਪਿਕਚਰ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਇੱਕ ਲੰਬੀ ਲਾਈਨ ਦੇ ਵਿੱਚ ਰੇਸ਼ਾ ਜਿਹੜਾ ਹੁੰਦਾ ਉਹਨੂੰ ਅਸੀਂ ਫਿਲਾਮੈਂਟ ਰੇਸ਼ੇ ਦਾ ਨਾਮ ਦਿੰਨੇ ਆ। ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲੇ ਸਟੈਪਲ ਰੇਸ਼ੇ। ਸਟੈਪਲ ਰੇਸ਼ੇ ਤੁਸੀਂ ਸੈਕੰਡ ਪਿਕਚਰ ਤੇ ਦੇਖ ਰਹੇ ਹੋ ਕਿ ਰੇਸ਼ਿਆਂ ਦੇ ਥੋੜੇ ਛੋਟੇ ਛੋਟੇ ਟੁਕੜੇ ਨੇ, ਤਾਂ ਫਿਲਾਮੈਂਟ ਰੇਸ਼ੇ ਹੁੰਦੇ ਨੇ ਜਿਹੜੇ ਕੱਚਾ ਰੇਸ਼ਾ ਛੋਟੇ ਟੁਕੜਿਆਂ ਦੇ ਵਿੱਚ ਸਾਡੇ ਕੋਲੇ ਆਉਂਦਾ ਹੈਗਾ, ਉਹਨੂੰ ਅਸੀਂ ਸਟੈਪਲ ਰੇਸ਼ਾ ਕਹਿੰਦੇ ਆ। ਫਿਲਾਮੈਂਟ ਰੇਸ਼ੇ ਦੀਆਂ ਅੱਗੇ ਦੋ ਕਿਸਮਾਂ ਬਣ ਜਾਂਦੀਆਂ, ਮੋਨੋਫਿਲਾਮੈਂਟ ਰੇਸ਼ਾ ਤੇ ਮਲਟੀ ਫਿਲਾਮੈਂਟ ਰੇਸ਼ਾ। ਮੋਨੋਫਿਲਾਮੈਂਟ ਰੇਸ਼ਾ ਕੀ ਹੈ, ਇੱਕ ਤਾਰ ਦੇ ਵਿੱਚ ਦੇ ਰੂਪ ਵਿੱਚ ਬਣਿਆ ਹੁੰਦਾ, ਜਦੋਂ ਕਿ ਮਲਟੀ ਫਿਲਾਮੈਂਟ ਰੇਸ਼ਾ ਉਹ ਇੱਕ ਤੋਂ ਵੱਧ ਤਾਰਾਂ ਨੂੰ ਗੁੰਦ ਕੇ ਆਪਸ ਦੇ ਵਿੱਚ ਤਿਆਰ ਕੀਤਾ ਜਾਂਦਾ। ਜਿਵੇਂ ਤੁਹਾਨੂੰ ਸੈਕੰਡ ਪਿਕਚਰ ਦੇ ਵਿੱਚ ਵਾਈਟ ਕਲਰ ਦੀ ਪਿਕਚਰ 'ਚ ਜਿਹੜਾ ਤੁਹਾਡੇ ਕੋਲੇ ਹੈਗਾ ਉਹ ਇੱਕ ਮੋਨੋਫਿਲਾਮੈਂਟ ਰੇਸ਼ਾ ਜਿਹਦੀਆਂ ਸਿੰਪਲ ਇੱਕ ਇੱਕ ਤੰਦਾਂ ਹੈਗੀਆਂ ਜੋ ਲੰਬਾਈ ਦੇ ਵਿੱਚ ਜ਼ਿਆਦਾ ਹੁੰਦੀ ਹੈ। ਤਾਂ ਸੈਕੰਡ ਪਿਕਚਰ ਦੇ ਵਿੱਚ ਜਿਹੜੀਆਂ ਤੁਹਾਨੂੰ ਕਲਰਫੁਲ ਪਿਕਚਰ ਦਿਖਾਈ ਦੇ ਰਹੀ ਹੈ ਉਹਦੇ ਵਿੱਚ ਜੋ ਰੇਸ਼ਾ ਹੈਗਾ ਉਹ ਮਲਟੀ ਫਿਲਾਮੈਂਟ ਰੇਸ਼ੇ ਨੇ, ਜਿਨ੍ਹਾਂ ਨੂੰ ਅਸੀਂ ਦੋ ਤੰਦਾਂ ਨੂੰ ਲੈ ਕੇ ਰੇਸ਼ੇ ਦੀਆਂ ਨੂੰ ਗੁੰਦ ਕੇ ਤਿਆਰ ਕਰਦੇ ਆ, ਉਹ ਸਾਡੇ ਕੋਲੇ ਕੀ ਆ ਜਾਂਦਾ ਹੈਗਾ ਮਲਟੀ ਫਿਲਾਮੈਂਟ ਰੇਸ਼ਾ। ਨੀਚੇ ਤੁਹਾਡੇ ਕੋਲੇ ਹੈਗਾ ਸਟੈਪਲ ਰੇਸ਼ਾ। ਸਟੈਪਲ ਰੇਸ਼ਾ ਕੀ ਹੁੰਦਾ, ਕਾਟਨ ਜਾਂ ਪਟਸਨ, ਕਾਟਨ ਦੇ ਜਿਹੜੇ ਤੁਸੀਂ ਸੂਤ, ਕਾਟਨ ਜਿਵੇਂ ਅਸੀਂ ਰੂਹ ਤੋਂ ਲੈਣੇ ਆ ਤਾਂ ਉਹਦੇ ਜਿਹੜੇ ਗੁੰਦ ਕੇ ਉਹਨਾਂ ਨੂੰ ਜੋੜ ਕੇ ਆਪਸ ਦੇ ਵਿੱਚ ਅਸੀਂ ਉਹਨਾਂ ਤੋਂ ਇੱਕ ਵੱਡਾ ਰੇਸ਼ਾ ਜਿਹੜਾ ਹੈਗਾ ਤਿਆਰ ਕਰਦੇ ਆ। ਹੁਣ ਸਾਡੇ ਕੋਲ ਆ ਗਿਆ ਰੇਸ਼ੇ ਦੀਆਂ ਕਿਸਮਾਂ। ਜਦੋਂ ਤੁਸੀਂ ਰੇਸ਼ੇ ਦੀ ਤੰਦਾਂ ਨੂੰ ਜਾਣਦੇ ਹੋ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਰੇਸ਼ੇ ਕਿੰਨੀ ਪ੍ਰਕਾਰ ਦੇ ਹੁੰਦੇ ਨੇ। ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਰੇਸ਼ੇ ਸਾਨੂੰ ਤਿੰਨ ਤਰੀਕਿਆਂ ਨਾਲ ਪ੍ਰਾਪਤ ਹੁੰਦੇ ਨੇ, ਤਿੰਨ ਸੋਮਿਆਂ ਤੋਂ ਮਿਲਦੇ ਨੇ। ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਂਦਾ ਹੈ ਕੁਦਰਤੀ ਰੇਸ਼ੇ, ਜਿਹੜੇ ਸਾਨੂੰ ਕੁਦਰਤ ਤੋਂ ਪ੍ਰਾਪਤ ਹੁੰਦੇ ਨੇ, ਨੈਚੁਰਲ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਨੇ, ਉਹ ਹੁੰਦੇ ਨੇ ਕੁਦਰਤੀ ਰੇਸ਼ੇ। ਜਿਵੇਂ ਸਾਨੂੰ ਬਨਸਪਤੀ ਤੇ ਪਸ਼ੂਆਂ ਤੋਂ ਕਈ ਤਰ੍ਹਾਂ ਦੇ ਸਾਨੂੰ ਰੇਸ਼ੇ ਪ੍ਰਾਪਤ ਹੁੰਦੇ ਨੇ। ਬਨਸਪਤੀ ਜਿਵੇਂ ਕਪਾਹ ਹੋ ਗਿਆ, ਲਿਲਨ, ਜੂਟ, ਫਲਾਲੈਕਸ ਰੇਸ਼ੇ ਹੈ। ਇਹਨਾਂ ਤੋਂ ਅਸੀਂ ਕਾਟਨ ਦੇ ਕੱਪੜੇ, ਲਿਲਨ ਜਿਹੜੀ ਹੈਗੀ ਹੈ, ਫਲਾਲੈਕਸ ਤੋਂ ਅਸੀਂ ਜਿਹੜੀਆਂ ਸਣ ਆਦਿ ਦੇ ਜਿਹੜੇ ਕੱਪੜੇ ਤਿਆਰ ਕੀਤੇ ਜਾਂਦੇ ਨੇ ਜਾਂ ਬੋਰੀਆਂ ਆਦਿ ਬਣਾਏ ਜਾਂਦੀਆਂ। ਤਾਂ ਇਹਨਾਂ ਰੇਸ਼ਿਆਂ ਤੋਂ ਇਸ ਤੰਦਾਂ ਨੂੰ ਗੁੰਦ ਕੇ ਵੱਟ ਕੇ ਇਹਨਾਂ ਤੋਂ ਅਸੀਂ ਕੱਪੜਾ ਤਿਆਰ ਕਰਦੇ ਆ। ਉਸੇ ਤਰ੍ਹਾਂ ਹੀ ਪਸ਼ੂਆਂ ਤੋਂ ਪ੍ਰਾਪਤ ਰੇਸ਼ੇ, ਪਸ਼ੂਆਂ ਤੋਂ ਜਿਹੜੇ ਰੇਸ਼ੇ ਸਾਨੂੰ ਮਿਲਦੇ ਨੇ ਜਿਹਦੇ ਵਿੱਚ ਸਿਲਕ ਆ ਜਾਂਦਾ, ਉੱਨ ਆ ਜਾਂਦੀ ਹੈ, ਵਾਲ ਆ ਜਾਂਦੀ ਹੈ, ਤਾਂ ਇਸ ਤਰੀਕੇ ਦੇ ਵਿੱਚ ਜਿਹੜੇ ਅਸੀਂ ਰੇਸ਼ੇ ਪ੍ਰਾਪਤ ਕਰ ਲੈਂਦੇ ਆ ਉਹ ਸਾਡੇ ਕੋਲੇ ਆ ਜਾਂਦੇ ਨੇ ਪਸ਼ੂਆਂ ਤੋਂ ਪ੍ਰਾਪਤ ਰੇਸ਼ੇ। ਪਰ ਇਹ ਸਾਨੂੰ ਜਿਹੜੇ ਰੇਸ਼ੇ ਮਿਲਦੇ ਨੇ ਇਹ ਸਾਨੂੰ ਕਿੱਥੋਂ ਮਿਲਦੇ ਨੇ, ਕੁਦਰਤੀ ਰੂਪ ਦੇ ਵਿੱਚ। ਕੁਦਰਤੀ ਰੂਪ ਦੇ ਵਿੱਚ ਜਿਹੜੀਆਂ ਅਸੀਂ ਰੇਸ਼ੇ ਲੈ ਲੈਂਦੇ ਆ ਉਹ ਸਾਡੇ ਕੋਲੇ ਆ ਗਏ ਕੁਦਰਤੀ ਫਾਈਬਰ। ਉਸੇ ਤਰੀਕੇ ਨਾਲ ਸਾਨੂੰ ਅੱਗੋਂ ਅਸੀਂ ਬਣਾਵਟੀ ਕਿਰਿਆ ਦੇ ਸਹਾਇਤਾ ਨਾਲ, ਰਸਾਇਣਿਕ ਕਿਰਿਆਵਾਂ ਦੇ ਨਾਲ ਅਸੀਂ ਕਈ ਤਰ੍ਹਾਂ ਦੇ ਰੇਸ਼ਿਆਂ ਨੂੰ ਤਿਆਰ ਕਰਦੇ ਆ, ਉਹ ਸਾਡੇ ਕੋਲੇ ਬਣ ਜਾਂਦੇ ਨੇ ਬਣਾਵਟੀ ਰੇਸ਼ੇ। ਜੋ ਰੇਸ਼ੇ ਰਸਾਇਣਿਕ ਕਿਰਿਆ ਦੇ ਨਾਲ ਤਿਆਰ ਕੀਤੇ ਜਾਂਦੇ ਨੇ, ਕੈਮੀਕਲਾਂ ਦੇ ਨਾਲ ਜਾਂ ਰਸਾਇਣਿਕ ਕਿਰਿਆਵਾਂ ਦੇ ਨਾਲ ਅਸੀਂ ਕਿਸੇ ਵੀ ਰੇਸ਼ੇ ਨੂੰ ਤਿਆਰ ਕਰਦੇ ਆ ਤਾਂ ਉਹ ਸਾਡੇ ਕੋਲੇ ਬਣ ਜਾਂਦਾ ਹੈ ਬਣਾਵਟੀ ਜਾਂ ਰਸਾਇਣਿਕ ਰੇਸ਼ੇ, ਜਿਸ ਵਿੱਚ ਰਿਆਨ, ਨਕਲੀ ਰੇਸ਼ਮ ਅਤੇ ਟੈਰੀਲੀਨ ਡੈਕਰਾਨ। ਹੁਣ ਤੁਸੀਂ ਦੇਖਦੇ ਹੋ ਤੁਸੀਂ ਰੇਸ਼ਮ ਜਿਹੜੇ ਸਿਲਕੀ ਕੱਪੜੇ ਤੁਸੀਂ ਮਾਰਕੀਟ ਦੇ ਵਿੱਚ ਲੈ ਕੇ ਆਉਣਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਦੇ ਰੇਸ਼ੇ ਤੁਸੀਂ ਦੇਖਦੇ ਹੋ। ਜਦੋਂ ਅਸੀਂ ਮਾਰਕੀਟ ਚੋਂ ਰੇਸ਼ਮ ਦਾ ਕੱਪੜਾ ਜੇਕਰ ਅਸੀਂ ਨਾਰਮਲ ਰੇਂਜ 'ਚ ਲੈਣਾ ਹੋਵੇ ਤਾਂ ਉਹ ਹੁੰਦਾ ਨਕਲੀ। ਜਿਹੜਾ ਰੇਸ਼ਮ ਅਸਲੀ ਪਿਓਰ ਰੇਸ਼ਮ ਹੁੰਦਾ ਉਹ ਬਹੁਤ ਮਹਿੰਗਾ ਕਿਸਮ ਦਾ ਮਿਲਦਾ, ਜਿਹਦੇ ਨਾਲ ਤੇ ਉਸ ਦੀ ਕੁਆਲਿਟੀ ਜਿਹੜੀ ਹੈਗੀ ਹੈ ਬਣਾਵਟੀ ਕਿਰਿਆਵਾਂ ਦੇ ਨਾਲ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦੀ ਜਿਹੜਾ ਰੇਸ਼ਾ ਹੈਗਾ ਤਿਆਰ ਹੋ ਕੇ ਆਉਂਦਾ। ਤਾਂ ਉਹਨਾਂ ਤੋਂ ਜਿਹੜੇ ਤਿਆਰ ਕੱਪੜੇ ਹੁੰਦੇ ਨੇ ਉਹ ਬਣਾਵਟੀ ਕਿਰਿਆ ਦੇ ਨਾਲ ਤਿਆਰ ਕਰਕੇ ਉਹਨਾਂ ਨੂੰ ਨਕਲੀ ਰੇਸ਼ਮ ਦੇ ਰੂਪ ਵਿੱਚ ਵੀ ਤਿਆਰ ਕੀਤਾ ਜਾਂਦਾ। ਉਹਨਾਂ ਦੀ ਅੱਗੇ ਆਪਾਂ ਅਗਲੇ ਨੈਕਸਟ ਵਿੱਚ ਆਪਾਂ ਪੜਾਂਗੇ ਕਿ ਕਿਸ ਤਰੀਕੇ ਨਾਲ ਅਸੀਂ ਉਹਨਾਂ ਦੀ ਪਛਾਣ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲੇ ਆ ਜਾਂਦੇ ਨੇ ਖਣਿਜ ਪਦਾਰਥਾਂ ਤੋਂ। ਹੁਣ ਜੇ ਆਪਾਂ ਗੱਲ ਕਰੀਏ ਖਣਿਜ ਪਦਾਰਥ ਸਭ ਨੂੰ ਹੀ ਪਤਾ ਹੈ ਕਿ ਜਿਹੜੀਆਂ ਧਾਤਾਂ ਹੁੰਦੀਆਂ, ਕਈ ਤਰ੍ਹਾਂ ਦੇ ਅਸੀਂ ਰੇਸ਼ੇ ਜਿਹੜੇ ਹੈਗੇ ਕਿ ਵੱਖਰੀਆਂ ਵੱਖਰੀਆਂ ਧਾਤਾਂ ਤੋਂ ਵੀ ਅਸੀਂ ਰੇਸ਼ਿਆਂ ਨੂੰ ਲੈ ਕੇ ਉਹਨਾਂ ਦੇ ਵਸਤਰਾਂ ਨੂੰ ਤਿਆਰ ਕੀਤਾ ਜਾਂਦਾ ਹੈ। ਤਾਂ ਜਿਹੜੇ ਰੇਸ਼ੇ ਅਸੀਂ ਧਾਤਾਂ ਤੋਂ ਪ੍ਰਾਪਤ ਕਰਦੇ ਆ ਉਹ ਸਾਡੇ ਕੋਲੇ ਖਣਿਜ ਪਦਾਰਥਾਂ ਤੋਂ ਤਿਆਰ ਰੇਸ਼ੇ ਆ ਜਾਂਦੇ ਨੇ, ਜਿਹਦੇ ਵਿੱਚ ਸੋਨਾ, ਚਾਂਦੀ ਦੀ ਧਾਤ, ਐਸਬੈਸਟਾਸ। ਤੁਸੀਂ ਐਸਬੈਸਟਾਸ ਦਾ ਨਾਮ ਸੁਣਿਆ ਹੋਣਾ, ਜਿਹੜੇ ਫਾਇਰ ਬ੍ਰਿਗੇਡ ਵਾਲੇ ਇਨਸਾਨਾਂ ਦੇ ਜਿਹੜੀ ਡਰੈਸ ਹੁੰਦੀ ਆ ਉਹ, ਤਾਂ ਜੋ ਉਹਨਾਂ ਨੂੰ ਅੱਗ ਨਾ ਲੱਗੇ ਉਸ ਕੱਪੜੇ ਨੂੰ। ਤਾਂ ਅਜਿਹੀਆਂ ਧਾਤਾਂ ਦੇ ਨਾਲ ਜਿਹੜਾ ਤਿਆਰ ਕੱਪੜਾ ਹੁੰਦਾ ਉਹ ਖਣਿਜ ਪਦਾਰਥਾਂ ਦੇ ਤਿਆਰ ਰੇਸ਼ਿਆਂ ਤੋਂ ਤਿਆਰ ਕੀਤਾ ਜਾਣ ਵਾਲਾ ਕੱਪੜਾ ਹੋ ਜਾਂਦਾ ਹੈ। ਰੇਸ਼ਾ ਜਦੋਂ ਸਾਨੂੰ ਮਿਲ ਜਾਂਦਾ ਤਾਂ ਉਸ ਤੋਂ ਬਾਅਦ ਸਾਡੀ ਅਗਲੀ ਨੈਕਸਟ ਪ੍ਰਕਿਰਿਆ ਆ ਜਾਂਦੀ ਹੈ ਉਸਨੂੰ ਕੱਤਣਾ, ਜਿਹਨੂੰ ਅਸੀਂ ਕੱਤ ਕੇ ਸੂਤ ਤਿਆਰ ਕਰਦੇ ਆ। ਪੁਰਾਣੇ ਟਾਈਮ ਦੇ ਵਿੱਚ ਖੱਡੀਆਂ ਦੇ ਵਿੱਚ ਲੋਕ ਘਰਾਂ ਦੇ ਉੱਤੇ ਚਰਖੇ ਕੱਤ ਕੇ ਮਤਲਬ
ਤਿਆਰ ਕਰਦੇ ਸੀ ਸੂਤ ਤੇ ਉਸ ਤੋਂ ਬਾਅਦ ਉਹਨਾਂ ਤੋਂ ਕੱਪੜਾ ਤਿਆਰ ਕੀਤਾ ਜਾਂਦਾ ਸੀ। ਤਾਂ ਇਹ ਸਭ ਤੋਂ ਪਹਿਲਾਂ ਕੀ ਆ ਗਿਆ ਸਾਡੇ ਕੋਲੇ ਸੂਤ। ਸੂਤ ਨੂੰ ਕਿਸ ਤਰੀਕੇ ਨਾਲ ਕੱਤਿਆ ਜਾਂਦਾ ਤੇ ਸੂਤ ਹੁੰਦਾ ਕੀ ਹੈ? ਪੰਜਾਬੀ ਭਾਸ਼ਾ ਵਿੱਚ ਸੂਤ ਨੂੰ ਅਸੀਂ yarn ਕਹਿ ਦਿੰਦੇ ਆ। ਰੇਸ਼ਾ ਜਿਹੜਾ ਹੈਗਾ ਤੁਸੀਂ ਪ੍ਰਾਪਤ ਕਰ ਲਿਆ, ਚਾਹੇ ਉਹ ਕੁਦਰਤੀ ਸੋਮਿਆਂ ਤੋਂ ਲਿਆ, ਚਾਹੇ ਉਹਨੂੰ ਤੁਸੀਂ ਬਣਾਵਟੀ ਰੂਪ ਦੇ ਵਿੱਚ ਲਿਆ, ਚਾਹੇ ਉਹਨੂੰ ਤੁਸੀਂ ਖਣਿਜ ਪਦਾਰਥਾਂ ਤੋਂ ਲਿਆ। ਤਾਂ ਜਦੋਂ ਉਸ ਤੁਸੀਂ ਰੇਸ਼ੇ ਨੂੰ ਪ੍ਰਾਪਤ ਕਰ ਲੈਣੇ ਹੋ ਤਾਂ ਦੂਜੀ ਵਿਧੀ ਜਿਹੜੀ ਹੈਗੀ ਆ ਕੱਤਣ ਦੀ, ਉਹਨੂੰ ਅਸੀਂ ਸੂਤ ਕਹਿੰਦੇ ਆ। ਰੇਸ਼ੇ ਤੋਂ ਕੱਤ ਕੇ ਜਦੋਂ ਅਸੀਂ ਕੱਪੜਾ ਬਣਾਉਣਾ ਤਾਂ ਦੂਸਰੇ ਨੰਬਰ ਦੇ ਵਿੱਚ ਆ ਜਾਂਦਾ ਸੂਤ। ਸਭ ਤੋਂ ਪਹਿਲਾਂ ਰੇਸ਼ਾ ਬਣਦਾ, ਉਸ ਤੋਂ ਬਾਅਦ ਅਸੀਂ ਸੂਤ ਨੂੰ ਕੱਤ ਕੇ ਕੱਪੜਾ ਤਿਆਰ ਕਰਦੇ ਹਾਂ। ਤਾਂ ਇਸ ਪ੍ਰਕਿਰਿਆ ਦੇ ਨਾਲ ਜਿਸ ਰੇਸ਼ੇ ਨੂੰ ਸੂਤ ਵਿੱਚ ਕੱਤਿਆ ਜਾਂਦਾ ਉਹਨੂੰ ਅਸੀਂ ਸਪਿਨਿੰਗ ਕਹਿ ਦਿੰਦੇ ਆ। ਤੁਸੀਂ ਆਮ ਸੁਣਿਆ ਹੈਗਾ ਸਪਿਨਿੰਗ ਮਿੱਲਾਂ ਦੇ ਵਿੱਚ ਧਾਗਾ ਬਣਦਾ। ਤਾਂ ਰੇਸ਼ਿਆਂ ਤੋਂ ਤੁਸੀਂ ਜਦੋਂ ਧਾਗੇ ਨੂੰ ਬਣਾਉਂਦੇ ਹੋ ਤਾਂ ਉਸ ਪ੍ਰਕਿਰਿਆ ਨੂੰ ਅਸੀਂ ਸਪਿਨਿੰਗ ਕਹਿ ਦਿੰਦੇ ਆ। ਉਸ ਤਰੀਕੇ ਜਿਹੜਾ ਤੁਸੀਂ ਉਸ ਸਪਿਨਿੰਗ ਦੇ ਵਿੱਚ ਧਾਗਾ ਤਿਆਰ ਕੀਤਾ, ਉਸ ਤੋਂ ਬਾਅਦ ਉਹਨੂੰ ਬੁਣ ਕੇ ਅਸੀਂ ਇੱਕ ਕੱਪੜਾ ਤਿਆਰ ਕਰਦੇ ਆ। ਪੁਰਾਣੇ ਸਮਿਆਂ ਦੇ ਵਿੱਚ ਰੇਸ਼ਿਆਂ ਨੂੰ ਤੱਕਲੇ ਦੀ ਮਦਦ ਨਾਲ ਕੱਤ ਕੇ ਤਿਆਰ ਕੀਤਾ ਜਾਂਦਾ ਸੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਪੁਰਾਣੇ ਟਾਈਮ ਦੇ ਵਿੱਚ ਲੋਕੀ ਘਰਾਂ ਦੇ ਵਿੱਚ ਚਰਖਿਆਂ ਤੇ ਕੱਤਦੇ ਸੀ, ਸੂਤ ਤਿਆਰ ਕਰਦੇ ਸੀ, ਤਾਂ ਉਸ ਤੋਂ ਬਾਅਦ ਉਹਨਾਂ ਤੋਂ ਖੇਸ, ਦਰੀਆਂ ਆਦਿ ਬੁਣ ਕੇ ਉਹਨਾਂ ਤੋਂ ਵਾਣ ਆਦਿ ਬਣਾਇਆ ਜਾਂਦਾ ਸੀਗਾ। ਤਾਂ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਹੈਗੇ ਚਰਖਿਆਂ ਦੀ ਜਗ੍ਹਾ ਕੀ ਹੈ ਪਾਵਰ ਲੂਮਸ ਨੇ ਲੈ ਲਈ ਹੈ। ਵੱਖਰੀਆਂ ਵੱਖਰੀਆਂ ਤਰ੍ਹਾਂ ਦੀਆਂ ਫੈਕਟਰੀਆਂ ਲੱਗ ਗਈਆਂ ਇਸ ਚੀਜ਼ ਦੇ ਲਈ, ਇਸ ਪ੍ਰੋਸੈਸ ਨੂੰ ਕਰਨ ਦੇ ਲਈ। ਤਾਂ ਜੋ ਇਹਦੇ ਵਿੱਚ ਕੀ ਹੈਗਾ ਚਰਖੇ ਤੇ ਕੱਤਣ ਤੇ ਕਾਫੀ ਮਾਤਰਾ ਦੇ ਵਿੱਚ ਟਾਈਮ ਵੇਸਟ ਹੁੰਦਾ ਸੀ। ਤਾਂ ਅੱਜ ਦੇ ਟਾਈਮ 'ਚ ਪਾਵਰ ਲੂਮ ਦੇ ਉੱਪਰ ਉਹੀ ਕੰਮ ਜਿਹੜਾ ਹੈਗਾ ਬਹੁਤ ਹੀ ਘੰਟਿਆਂ ਵਾਲਾ ਕੰਮ ਜਿਹੜਾ ਹੈਗਾ ਉਹ ਮਿੰਟਾਂ ਦੇ ਵਿੱਚ ਕੀਤਾ ਜਾਣ ਲੱਗ ਗਿਆ। ਸੂਤ ਨੂੰ ਕੱਤਿਆ ਜਾਂਦਾ। ਹੁਣ ਹਰੇਕ ਜਦੋਂ ਕੋਈ ਕੰਮ ਹੁੰਦਾ ਤਾਂ ਉਹਦੀ ਵੱਖਰੇ ਵੱਖਰੇ ਪ੍ਰਕਾਰ ਦੀ ਇੱਕ ਕਿਰਿਆ ਹੁੰਦੀ ਹੈ। ਸੂਤ ਨੂੰ ਕੱਤਣ ਦੀ ਦਿਸ਼ਾ ਹੈਗੀ ਹੈ। ਸੂਤ ਨੂੰ ਜਦੋਂ ਕੱਤਣ ਦੀ ਕਿਰਿਆ ਨੂੰ ਕੀ ਕਹਿੰਦੇ ਆ ਅਸੀਂ ਟਵਿਸਟ ਕਹਿੰਦੇ ਆ। ਅੱਜ ਕੱਲ ਜਿਵੇਂ ਆਪਾਂ ਸੁਣਿਆ ਹੀ ਹੋਇਆ ਕਿ ਵੱਖਰੇ ਵੱਖਰੇ ਪ੍ਰਕਾਰ ਦੀਆਂ ਤੁਸੀਂ ਵਾਲਾਂ ਦੀਆਂ ਚੋਟੀਆਂ ਜਦੋਂ ਬਣਾਉਂਦੇ ਆ ਤਾਂ ਉਹਦੇ 'ਚ ਵੀ ਟਵਿਸਟਡ ਅਸੀਂ ਇੱਕ ਨਾਮ ਲੈਣੇ ਆ ਗੁੰਦਣ ਵਾਸਤੇ। ਤਾਂ ਗੁੰਦਣ ਦੀ ਜਿਹੜੀ ਕਿਰਿਆ ਹੈਗੀ ਆ ਉਹਨੂੰ ਅਸੀਂ ਕੀ ਕਹਿੰਦੇ ਆ ਟਵਿਸਟ। ਇਹਦੀਆਂ ਦੋ ਮੁੱਖ ਦਿਸ਼ਾਵਾਂ ਹੈ। ਹੁਣ ਕੋਈ ਵੀ ਜਦੋਂ ਥ੍ਰੈਡ ਤਿਆਰ ਹੁੰਦਾ ਜਾਂ ਕਿਸੇ ਵੀ ਤਰ੍ਹਾਂ ਦੀ ਅਸੀਂ ਜਦੋਂ ਆਈਟਮ ਨੂੰ ਤਿਆਰ ਕਰਦੇ ਆ ਤਾਂ ਉਹਨੂੰ ਗੁੰਦਿਆ ਜਾਂਦਾ। ਉਹਦੀਆਂ ਵੱਖਰੀਆਂ ਵੱਖਰੀਆਂ ਕਿਰਿਆਵਾਂ ਹੁੰਦੀਆਂ ਜਿਹਦੇ ਨਾਲ ਕੀ ਹੈਗਾ ਸਾਨੂੰ ਉਸਦੀ ਚੰਗਿਆਈ ਤੇ ਉਸਦੀ ਬੁਰਾਈ ਦੇ ਜਿਹੜੇ ਗੁਣਾਂ ਤੋਂ ਪਤਾ ਲੱਗਦਾ ਹੈ। ਤਾਂ ਸਭ ਤੋਂ ਪਹਿਲਾਂ ਜਦੋਂ ਅਸੀਂ ਖੱਬੇ ਪਾਸੇ ਤੋਂ ਸੂਤ ਨੂੰ ਮੋੜ ਕੇ ਖੱਬੇ ਪਾਸੇ ਤੋਂ ਜਿਹੜੇ ਤੁਹਾਨੂੰ ਦੋ ਪਿਕਚਰਸ ਦਿਖਾਈ ਦੇ ਰਿਹਾ, ਸਭ ਤੋਂ ਫਸਟ ਪਿਕਚਰ ਤੁਹਾਡੇ ਕੋਲੇ ਕਪਾਹ ਹੈ ਤਿਆਰ ਕਰਦੇ ਹੋ, ਠੀਕ ਹੈ। ਨੰਬਰ 2 ਤੇ ਜਿਹੜੀ ਤੁਹਾਡੇ ਕੋਲੇ ਪਿਕਚਰ ਹੈਗੀ ਆ ਉਹਦੇ 'ਚ ਇੱਕ ਤੁਹਾਨੂੰ ਦਿਖਾਈ ਹੋਈ ਹੈ, ਮੈਂ ਸ਼ੋ ਕੀਤਾ ਐਸ ਟਵਿਸਟ, ਤੇ ਸੈਕਿੰਡ ਦੇ ਵਿੱਚ ਤੁਹਾਨੂੰ ਦਿਖਾਇਆ ਹੋਇਆ ਜੈਡ ਟਵਿਸਟ। ਜਦੋਂ ਤੁਸੀਂ ਸੂਤ ਨੂੰ ਮੋੜਨ ਲੱਗੇ, ਗੁੰਦਣ ਲੱਗੇ, ਵੱਟ ਚੜਾਉਂਦੇ ਆਪਾਂ ਤਾਂ ਜਦੋਂ ਐਸ ਖੱਬੇ ਪਾਸੇ ਤੋਂ ਤੁਸੀਂ ਸੂਤ ਨੂੰ ਮੋੜਨਾ ਸ਼ੁਰੂ ਕਰਦੇ ਹੋ ਤਾਂ ਉਹ ਸਾਡੇ ਕੋਲੇ ਜਿਹੜੀ ਕਿਰਿਆ ਬਣਦੀ ਹੈਗੀ ਆ ਉਹ ਐਸ ਟਵਿਸਟ ਹੁੰਦੀ ਆ। ਤਾਂ ਜੇ ਉਸੇ ਕਿਰਿਆ ਨੂੰ ਅਸੀਂ ਸੱਜੇ ਪਾਸੇ ਮੋੜਨ ਤੋਂ ਸ਼ੁਰੂ ਕਰ ਲਈਏ ਤਾਂ ਉਹ ਸਾਡੇ ਕੋਲੇ ਜਿਹੜੀ ਕਿਰਿਆ ਬਣ ਜਾਂਦੀ ਹੈ ਉਹਨੂੰ ਅਸੀਂ ਜੈਡ ਟਵਿਸਟ ਕਹਿ ਦਿੰਦੇ ਆ। ਟਵਿਸਟ ਦੀ ਜਿਹੜੀ ਚੁਸਤੀ ਹੈ, ਹੁਣ ਇਹਨੂੰ ਜੋ ਤੁਸੀਂ ਗੁੰਨਦੇ ਹੋ ਉਹੀ ਤੁਹਾਨੂੰ ਮੈਂ ਦੱਸਿਆ, ਤਾਂ ਉਹਦੀ ਜਿਹੜੀ ਕੁਆਲਿਟੀ ਹੈ ਉਹ ਇਸੇ ਚੀਜ਼ ਤੇ ਦਰਸਾਉਂਦੀ ਹੈ ਕਿ ਉਹ ਕਿਸ ਤਰੀਕੇ ਨਾਲ ਬਣਿਆ। ਇਸ ਤਰ੍ਹਾਂ ਕੰਬੀਨੇਸ਼ਨ ਦੇ ਵਿੱਚ ਜਿਹੜੀ ਕੇਬਲ ਬਣਦੀ ਹੈ, ਇੱਕ ਵਾਰੀ ਤੁਸੀਂ ਦੇਖੋ ਫੋਟੋ ਦੇ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ, ਜੋ ਤੁਸੀਂ ਉਹਨੂੰ ਕੇਬਲ ਬਣਾ ਰਹੇ ਹੋ ਤਾਂ ਇੱਕ ਵਾਰੀ ਉਹ ਐਸ ਬਣਦੀ ਹੈ ਤੇ ਦੂਜੀ ਸਾਈਡ ਉਹਦਾ ਆ ਜਾਂਦਾ ਜੈਡ, ਤੇ ਫਿਰ ਦੁਬਾਰਾ ਉਹ ਐਸ ਦਾ ਰੂਪ ਧਾਰਨ ਕਰ ਲੈਂਦੀ ਹੈ। ਤਾਂ ਜੈਡ ਟਵਿਸਟ ਦੇ ਵਿੱਚ ਜੈਡ ਐਸ ਜੈਡ ਬਣਦਾ ਅਤੇ ਐਸ ਟਵਿਸਟ ਦੇ ਵਿੱਚ ਐਸ ਜੈਡ ਐਸ ਬਣ ਜਾਂਦੀ ਹੈ। ਸੂਤ ਦੀ ਕੁਆਲਿਟੀ ਤਦ ਹੀ ਵਧੀਆ ਹੁੰਦੀ ਹੈ ਜੇ ਉਸ ਵਿੱਚ ਕਿਸੇ ਪ੍ਰਕਾਰ ਦੀ ਕੋਈ ਗੰਢ ਜਾਂ ਮੋੜ ਨਾ ਹੋਵੇ। ਮਤਲਬ ਤੁਸੀਂ ਦੇਖੋ ਥਰਡ ਪਿਕਚਰ ਦੇ ਵਿੱਚ ਮੈਂ ਇਹੀ ਦਿਖਾਇਆ ਹੋਇਆ, ਇੱਕ ਜਗ੍ਹਾ ਤੇ ਅਸੀਂ ਐਸ ਦੇ ਰੂਪ ਦੇ ਵਿੱਚ ਉਸ ਸੂਤ ਨੂੰ ਕੱਤਿਆ ਹੋਇਆ ਤੇ ਦੂਸਰੇ ਦੇ ਵਿੱਚ ਅਸੀਂ ਜੈਡ ਦੇ ਰੂਪ ਦੇ ਵਿੱਚ ਉਸ ਨੂੰ ਕੱਤਿਆ ਹੋਇਆ। ਤਾਂ ਥਰਡ ਦੇ ਵਿੱਚ ਤੁਹਾਨੂੰ ਇੱਕ 8 ਦੀ ਸ਼ੇਪ ਜਿਹੜੀ ਹੈਗੀ ਆਕ੍ਰਿਤੀ ਬੰਦੀ ਦਿਖਾਈ ਦੇ ਰਹੀ ਹੈ। ਇਹਦੇ ਵਿੱਚ ਕੀ ਹੈਗਾ, ਜੇ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੰਢ ਆਦਿ ਬਣ ਜਾਂਦੀ ਹੈ ਤਾਂ ਉਹਦੀ ਆਕ੍ਰਿਤੀ ਹੈ ਜਿਹੜੀ 8 ਦਾ ਰੂਪ ਦੇ ਦਿੰਦੀ ਹੈ। ਮਤਲਬ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੁਆਲਿਟੀ ਦੇ ਵਿੱਚ ਜਿਹੜਾ ਫਰਕ ਪੈ ਜਾਣਾ ਉਹ ਤੁਹਾਨੂੰ ਉੱਥੋਂ ਦਰਸਾ ਦਿੰਦਾ ਕਿ ਜਿਹੜਾ ਤੁਹਾਡੀ ਕੁਆਲਿਟੀ ਹੈ ਉੱਥੇ ਗਲਤ ਬਣ ਰਹੀ ਹੈ। ਤਾਂ ਇਸ ਤਰੀਕੇ ਨਾਲ ਜਦੋਂ ਤੁਸੀਂ ਸੂਤ ਨੂੰ ਕੱਤਿਆ ਜਾਂਦਾ ਤਾਂ ਉੱਥੇ ਤੁਹਾਡੇ ਕੋਲੇ ਤੁਹਾਨੂੰ ਇਹ ਜਿਹੜੀਆਂ ਦੋ ਕਿਰਿਆਵਾਂ ਹੈਗੀਆਂ ਸਪਸ਼ਟ ਰੂਪ ਦੇ ਵਿੱਚ ਦਿਖਾਈ ਦਿੰਦੀਆਂ ਕਿ ਤੁਹਾਡੀ ਜਿਹੜੀ ਕੁਆਲਿਟੀ ਹੈ ਉਹ ਸਹੀ ਹੈ ਜਾਂ ਨਹੀਂ। ਹੁਣ ਆਪਾਂ ਗੱਲ ਕਰੀਏ ਸੂਤ ਦੀਆਂ ਕਿਸਮਾਂ। ਸੂਤ ਮੁੱਖ ਰੂਪ ਵਿੱਚ 4 ਤਰ੍ਹਾਂ ਤਰੀਕਿਆਂ ਦਾ ਹੁੰਦਾ। ਜਿਵੇਂ ਸਭ ਤੋਂ ਪਹਿਲੇ ਤੁਹਾਨੂੰ ਪਿਕਚਰ 'ਚ ਦਿਖਾਈ ਦੇ ਰਿਹਾ ਸਿੰਗਲ ਸੂਤ। ਸਿੰਗਲ ਸੂਤ ਇੱਕ ਰੇਸ਼ੇ ਦੇ ਮਿਲਾਨ ਤੋਂ ਹੀ ਬਣਦਾ। ਜਦੋਂ ਇੱਕ ਤੁਸੀਂ ਰੇਸ਼ੇ ਦੀ ਤੰਦ ਨੂੰ ਹੀ ਵਾਰ-ਵਾਰ ਗੁੰਦ ਰਹੇ ਹੋ ਤਾਂ ਉਸ ਨੂੰ ਇਕੱਲੇ ਹੀ ਗੁੱਥਿਆ ਜਾਵੇ ਤਾਂ ਸਾਡੇ ਕੋਲੇ ਉਹ ਕਿਹੜਾ ਆ ਜਾਂਦਾ ਹੈ ਸਿੰਗਲ yarn, ਸਿੰਗਲ ਸੂਤ। ਤਾਂ ਨੰਬਰ 2 ਤੇ ਜਿਹੜੀ ਤੁਹਾਡੇ ਕੋਲੇ ਹੈਗੀ ਹੈ, ਤੁਸੀਂ ਰੇਸ਼ਿਆਂ ਨੂੰ ਸੂਤ ਨੂੰ ਆਪਾਂ ਦੇਖਿਆ ਕਿ ਜਦੋਂ ਤੁਸੀਂ ਪੱਛਮ ਵਗੈਰਾ ਲੈ ਕੇ ਆਉਂਦੇ ਹੋ ਤਾਂ ਉਹਦੇ 'ਚ ਪਲਾਈਆਂ ਹੁੰਦੀਆਂ, 1 ਪਲਾਈ ਜਾਂ 2 ਜਾਂ 3 ਪਲਾਈ ਦੀ
ਪੱਛਮ। ਤਾਂ ਉਸੇ ਤਰੀਕੇ ਨਾਲ ਜੋ ਤੁਸੀਂ ਸੈਕਿੰਡ ਸਾਡੇ ਕੋਲੇ ਆ ਜਾਂਦਾ ਪਲਾਈ, ਜਦੋਂ 2 ਜਾਂ 2 ਤੋਂ ਵੱਧ ਰੇਸ਼ਿਆਂ ਨੂੰ ਆਪਸ ਦੇ ਵਿੱਚ ਗੁੰਦਿਆ ਜਾਵੇ, ਸੈਕਿੰਡ ਪਿਕਚਰ ਦੇ ਵਿੱਚ ਤੁਹਾਨੂੰ ਦਿਖਾਈ ਦੇ ਹੈਲੋ ਉਸ ਤੋਂ ਬਾਅਦ ਸਾਡੇ ਕੋਲੇ ਆ ਜਾਂਦਾ ਹੈ ਨੰਬਰ 3 ਤੇ ਕੋਡ ਸੂਤ। ਤਾਂ ਕੋਡ ਸੂਤ ਉਹ ਰੇਸ਼ੇ ਹਨ ਜਿਨ੍ਹਾਂ ਨੂੰ ਚੋਟੀ ਦੀ ਤਰ੍ਹਾਂ ਗੁੱਥਿਆ ਜਾਂਦਾ ਹੈ। ਥਰਡ ਪਿਕਚਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਾਂ ਇੱਕ ਜਿਹੜੇ ਤੁਸੀਂ ਜਿਸ ਤਰ੍ਹਾਂ ਤੁਸੀਂ ਆਪਣੀ ਗੁੱਤ ਗੁੰਨਦੇ ਹੋ, 3 ਤੁਸੀਂ ਯਾਨ ਲੈ ਲਿਆ, 3 ਤੁਸੀਂ ਸੂਤ ਲੈ ਲਿਆ, ਤਾਂ ਉਸ ਨੂੰ ਇਸ ਤਰੀਕੇ ਨਾਲ ਜਦੋਂ ਅਸੀਂ ਗੁੰਨਦੇ ਆ ਤਾਂ ਉਹ ਸਾਡੇ ਕੋਲੇ ਕੋਡ ਸੂਤ ਬਣ ਜਾਂਦਾ, ਜਿਸ ਨੂੰ ਅਸੀਂ ਜਿਵੇਂ ਅਸੀਂ ਗੁੱਤ ਨੂੰ ਗੁੰਨਦੇ ਆ ਇੱਕ ਵਾਰ ਉੱਪਰ ਦੇ ਕੇ, ਤਾਂ ਇਸ ਤਰੀਕੇ ਨਾਲ ਜਿਹੜਾ ਧਾਗਾ ਬਣਦਾ ਹੈਗਾ ਉਹਨੂੰ ਅਸੀਂ ਕੋਡ ਸੂਤ ਕਹਿ ਦਿੰਦੇ ਆ। ਤਾਂ ਲਾਸਟ ਤੇ ਸਾਡੇ ਕੋਲੇ ਆ ਜਾਂਦਾ ਨਵੀਨਤਮ ਸੂਤ ਹੈ ਜਿਹੜਾ, ਉਹਨੂੰ ਅਸੀਂ ਅਸਾਧਾਰਨ ਤਰੀਕੇ ਨਾਲ ਜਿਹੜਾ ਹੈਗਾ ਗੁੰਦਿਆ ਜਾਂਦਾ। ਤੁਸੀਂ ਦੇਖ ਰਹੇ ਹੋ 4th ਪਿਕਚਰ ਦੇ ਵਿੱਚ ਜਿਹੜਾ ਸੂਤ ਹੈਗਾ ਉਸਨੂੰ ਇਸ ਤਰੀਕੇ ਨਾਲ ਗੁੱਥਿਆ ਜਾਂਦਾ ਕਿ ਉਹਦੀਆਂ ਛੋਟੀਆਂ ਤੰਦਾਂ ਨੂੰ ਉੱਪਰ ਉਭਾਰਦੀ ਤਰੀਕੇ ਨਾਲ ਦਿਖਾਇਆ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੈ ਕਿ ਘਰਾਂ ਦੇ ਵਿੱਚ ਜਦੋਂ ਤੁਸੀਂ ਵਸਤਰ ਲੈ ਕੇ ਆਉਂਦੇ ਹੋ, ਫਾਈਬਰ ਕਈ ਤਰ੍ਹਾਂ ਦੇ ਇਹੋ ਜਿਹੇ ਵੀ ਹੁੰਦੇ ਨੇ ਜਿਹਦੇ ਉੱਪਰ ਹਲਕੀਆਂ ਗੰਢਾਂ ਦੇ ਰੂਪ ਵਿੱਚ ਹਲਕਾ ਉਹਦੇ ਵਿੱਚ ਇੱਕ ਥ੍ਰੈਡ ਦੀ ਲੂਸਪਨ ਛੱਡਿਆ ਹੁੰਦਾ, ਤਾਂ ਇਹੋ ਜਿਹੇ ਜਿਹੜਾ ਥ੍ਰੈਡ ਨੂੰ ਗੁੰਦਿਆ ਜਾਂਦਾ ਉਹਨੂੰ ਅਸੀਂ ਨਵੀਨਤਮ ਸੂਤ ਜਾਂ ਅਸਾਧਾਰਨ ਤਰੀਕੇ ਨਾਲ ਗੁੰਦਿਆ ਹੋਇਆ ਸੂਤ ਅਸੀਂ ਕਹਿ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲੇ ਹੁਣ ਆ ਜਾਂਦਾ ਹੈਗਾ ਸੂਤ ਸੰਮਿਸ਼ਰਣ, ਬਲੈਂਡਿੰਗ। ਕਿਸ ਤਰੀਕੇ ਨਾਲ ਅਸੀਂ ਸੂਤ ਨੂੰ ਵਰਤਣਾ ਤੇ ਸੂਤ ਦੀ ਗਿਣਤੀ, ਅਸੀਂ ਸੂਤ ਨੂੰ ਕਿੰਨਾ ਕਿਸ ਤਰੀਕੇ ਦੇ ਰੂਪ ਵਿੱਚ ਸੂਤ ਨੂੰ ਤੁਸੀਂ ਵਰਤਣਾ ਹੈਗਾ। ਅਸੀਂ ਜਿਹੜਾ ਸੂਤ ਬਣਾਇਆ, ਕਿਉਂਕਿ ਤੁਸੀਂ ਸਾਰੇ ਹੀ ਜਾਣਦੇ ਹੋ ਜਿਹੜਾ ਇੱਕ ਕੱਪੜਾ ਬਣਦਾ ਹੈ ਤਾਂ ਉਹ ਵੀ ਇੱਕ ਧਾਗੇ ਦਾ ਰੂਪ ਹੀ ਹੈ, ਉਸ ਨੂੰ ਤਿਆਰ ਕੀਤਾ ਜਾਂਦਾ। ਕੱਪੜੇ ਨੂੰ ਵੀ ਇੱਕ ਧਾਗੇ ਦੇ ਰੂਪ ਦੇ ਵਿੱਚ ਧਾਗਾ ਲੈ ਕੇ ਉਸ ਨੂੰ ਕੱਪੜਾ ਬਣਾਇਆ ਜਾਂਦਾ। ਤਾਂ ਅਸੀਂ ਰੀਲਾਂ ਜੋ ਵਰਤਦੇ ਆ ਕੱਪੜੇ ਨੂੰ ਸਟਿਚ ਕਰਨ ਲਈ, ਉਹ ਅਸੀਂ ਧਾਗਾ ਲੈਂਦੇ ਆ। ਤਾਂ ਇਹਨੂੰ ਅਸੀਂ 4 ਰੂਪਾਂ ਦੇ ਵਿੱਚ ਲੈਂਦੇ ਆ, 4 ਖੇਤਰਾਂ ਦੇ ਵਿੱਚ ਸੂਤ ਸਮਿਸ਼ਰਣ ਵੰਡਿਆ ਹੋਇਆ। ਸਭ ਤੋਂ ਪਹਿਲਾਂ ਧਾਗੇ ਦੇ ਰੂਪ ਵਿੱਚ, ਫਿਰ ਕੱਪੜੇ ਦੀ ਬੁਣਾਈ ਅਤੇ ਕਤਾਈ ਦੇ ਰੂਪ ਵਿੱਚ, ਹੱਥੀ ਦਸਤਕਾਰੀ ਅਤੇ ਬੁਣਾਈ ਦੇ ਰੂਪ ਵਿੱਚ, ਤੇ ਰੱਸਿਆਂ ਦੇ ਰੂਪ ਵਿੱਚ। ਜਿਹੜੇ ਵੀ ਅਸੀਂ ਸੂਤ ਨੂੰ ਕੱਤਿਆ ਹੈਗਾ ਉਹਨੂੰ ਅਸੀਂ 4 ਰੂਪ ਲੈਂਦੇ ਆ। ਧਾਗੇ ਦੇ ਰੂਪ ਵਿੱਚ ਤੁਸੀਂ ਰੀਲਾਂ ਆਦਿ ਵਰਤਦੇ ਹੋ ਘਰਾਂ ਦੇ ਵਿੱਚ। ਕੱਪੜੇ ਦੀ ਬੁਣਾਈ ਅਤੇ ਕਤਾਈ, ਜਿਹੜਾ ਤੁਸੀਂ ਕੱਪੜਾ ਪਾਉਂਦੇ ਹੋ ਉਹਨੂੰ ਕਿਸ ਤਰੀਕੇ ਨਾਲ ਬੁਣਿਆ ਜਾਂਦਾ, ਉਹਦੀ ਕਿਸ ਤਰੀਕੇ ਨਾਲ ਕਤਾਈ ਕੀਤੀ ਜਾਂਦੀ ਹੈ, ਉਹ ਬੰਦੇ ਦੀ ਜ਼ਰੂਰਤ ਤੇ ਡਿਪੈਂਡ ਕਰਦਾ ਕਿ ਸੂਤ ਨੂੰ ਕਿਸ ਰੂਪ ਦੇ ਵਿੱਚ ਅਸੀਂ ਲੈਣਾ ਹੈ। ਤਾਂ ਉਸ ਤੋਂ ਬਾਅਦ ਨੰਬਰ 4 ਤੇ ਹੱਥੀ ਦਸਤਕਾਰੀ ਅਤੇ ਬੁਣਾਈ ਦੇ ਵਿੱਚ ਕਈ ਤਰ੍ਹਾਂ ਦੀਆਂ ਘਰਾਂ ਦੇ ਵਿੱਚ ਸਣ ਆਦਿ ਦੀਆਂ ਬੋਰੀਆਂ ਬਣਦੀਆਂ ਨੇ, ਜਾਂ ਕਈ ਤਰ੍ਹਾਂ ਦੇ ਤੁਸੀਂ ਘਰਾਂ ਦੇ ਵਿੱਚ ਵਾਲ ਹੈਂਗਿੰਗ ਬਣਾਉਂਦੇ ਹੋ, ਤਾਂ ਉੱਥੇ ਜਿਹੜੇ ਤਰੀਕੇ ਦੇ ਤੁਸੀਂ ਸੂਤ ਨੂੰ ਵਰਤਣਾ ਹੈਗਾ ਤਾਂ ਤੁਸੀਂ ਉਸ ਦੇ ਰੂਪ ਵਿੱਚ ਉਸ ਚੀਜ਼ ਨੂੰ ਘਰੇ ਲੈ ਕੇ ਆਉਣਾ। ਤਾਂ ਉਸ ਤੋਂ ਬਾਅਦ ਰੱਸਿਆਂ ਦੇ ਰੂਪ ਵਿੱਚ, ਰੱਸੇ ਵੀ ਅਸੀਂ ਕਈ ਕਰਮਾਂ ਦੇ ਵਿੱਚ ਵਰਤਦੇ। ਤਾਂ ਤੁਸੀਂ ਦੇਖੋ ਸਾਰੇ ਹੀ ਧਾਗਿਆਂ ਦੀ ਬਣਾਵਟ ਜਿਹੜੀ ਹੁੰਦੀ ਆ ਵੱਖਰੀ ਹੁੰਦੀ ਹੈ। ਜਿਹੜਾ ਤੁਸੀਂ ਕੱਪੜੇ ਦੇ ਵਿੱਚ ਵਰਤਣਾ ਉਹਦੀ ਕੁਆਲਿਟੀ ਦਾ ਫਾਈਨ ਦਾ ਅਸੀਂ ਦੇਖਣਾ ਹੁੰਦਾ। ਧਾਗਾ ਜਿਹੜਾ ਰੀਲ ਹੈਗੀ ਆ ਉਹ ਤੁਸੀਂ ਦੇਖਣਾ ਵੀ ਕਿਹੜੇ ਕੱਪੜੇ ਦੇ ਉੱਪਰ ਤੁਸੀਂ ਕਿੰਨੀ ਮਹੀਨ ਜਿਹੜੀ ਰੀਲ ਨੂੰ ਵਰਤਿਆ ਜਾਣਾ। ਉਸੇ ਤਰ੍ਹਾਂ ਹੀ ਦਸਤਕਾਰੀ ਦੇ ਵਿੱਚ ਜਿਵੇਂ ਤੁਸੀਂ ਪਲਾਸਟਿਕ ਦੀਆਂ ਰੱਸੀਆਂ ਹੁੰਦੀਆਂ ਉਹਨਾਂ ਦੀ ਵਰਤੋਂ ਕਰਦੇ ਆ। ਰੱਸੇ ਜਿਹੜੇ ਹੁੰਦੇ ਤੁਸੀਂ ਬਾਜ਼ਾਰਾਂ ਦੇ ਵਿੱਚੋਂ ਲੈ ਕੇ ਆਉਂਦੇ ਹੋ, ਕਿਸੇ ਵੀ ਤਰੀਕੇ ਨਾਲ ਮੰਜਿਆਂ ਦੀਆਂ ਦੌੜਾਂ ਆਦਿ ਬਣਾਉਣ ਦੇ ਲਈ, ਜਿਹੜੇ ਹਰੇਕ ਦੀ ਬਣਤਰ ਕੀ ਹੈ ਵੱਖਰੀ ਹੈ, ਪਰ ਉਹਦਾ ਜਿਹੜਾ ਇੱਕ ਪ੍ਰੋਸੈਸ ਕੀ ਹੈਗਾ ਉਹਨੂੰ ਕੱਤਣ ਦਾ ਹੀ ਇੱਕ ਵੱਖਰਾ ਤਰੀਕਾ ਹੈ।
ਸਿਸਟਮ ਦੇ ਵਿੱਚ ਜੋ ਚੀਜ਼ ਬਣਾਉਣੀ ਆ ਉਹ ਚੱਲਣਾ ਸੇਮ ਹੀ ਹੈ। ਤੁਸੀਂ ਇੱਕ ਰੇਸ਼ੇ ਤੋਂ ਲੈ ਕੇ ਜਿਹੜਾ ਇਹ ਸਾਰਾ ਸੂਤ ਤਿਆਰ ਹੁੰਦਾ ਉਹ ਸਾਡੇ ਕੋਲੇ ਕੀ ਇੱਕ ਫਾਈਬਰ ਤਿਆਰ ਜਿਹੜਾ ਇੱਕ ਅਸੀਂ ਫਾਈਬਰ ਲਿਆ ਉਹ ਤੋਂ ਅਸੀਂ ਫੈਬਰਿਕ ਵੀ ਬਣਾਉਂਦੇ, ਉਹ ਤੋਂ ਅਸੀਂ ਰੇਸ਼ੇ ਵੀ ਬਣਾਉਂਦੇ ਆ। ਤਾਂ ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਆ ਜਾਂਦੀ ਸੂਤ ਦੀ ਗਿਣਤੀ। ਹੁਣ ਜਿਹੜੀ ਵੀ ਤੁਸੀਂ ਸੂਤ ਲੈਣਾ ਤਾਂ ਉਹਨੂੰ ਅਸੀਂ ਕਿਸ ਕੁਆਂਟੀਟੀ ਦੇ ਵਿੱਚ ਗਿਣਦੇ ਆ, ਤਾਂ ਸੂਤ ਨੂੰ ਹਮੇਸ਼ਾ ਕੀ ਹੈ ਪੌਂਡ ਦੇ ਵਿੱਚ ਖਰੀਦਿਆ ਜਾਂਦਾ। ਕੋਈ ਵੀ ਜਿਹੜਾ ਤੁਸੀਂ ਰੇਸ਼ੇ ਤੋਂ ਕੱਟ ਕੇ ਸੂਤ ਨੂੰ ਤਿਆਰ ਕੀਤਾ ਤਾਂ ਉਹਦੀ ਜਿਹੜੀ ਮਾਤਰਾ ਹੁੰਦੀ ਹੈ ਉਹਨੂੰ ਅਸੀਂ ਪੌਂਡ ਦੇ ਵਿੱਚ ਲੈਣੇ ਆ। ਨੰਬਰਿੰਗ ਸਿਸਟਮ ਦੇ ਅਧੀਨ ਅਤੇ ਉਹਦੀ ਲੰਬਾਈ ਤੇ ਭਾਰ ਆਧਾਰਿਤ ਕੀਤਾ ਹੁੰਦਾ। ਇਹਦੇ ਵਿੱਚ ਦੋ ਸਿਸਟਮ ਹੁੰਦੇ ਆ, ਜਿਵੇਂ ਸਭ ਤੋਂ ਪਹਿਲਾਂ ਕੀ ਆ ਗਿਆ ਪ੍ਰਤੱਖ ਨਾਪਣ। ਤਾਂ ਜਿਹੜਾ ਕੀ ਹੈ ਰੇਸ਼ਿਆਂ ਦੇ ਭਾਰ ਨੂੰ ਅਸੀਂ ਗ੍ਰਾਮਾਂ ਦੇ ਜਾਂ ਮੀਟਰਾਂ ਦੇ ਵਿੱਚ ਮਾਪਦੇ ਆ। ਅਜਿਹੇ ਸਿਸਟਮ ਕੀ ਹੈ ਅਮਰੀਕਾ ਆਦਿ ਦੇ ਵਿੱਚ ਸਭ ਤੋਂ ਪਹਿਲਾਂ ਵਰਤੋਂ ਵਿੱਚ ਲਿਆਂਦਾ ਗਿਆ। ਹੁਣ ਜਦੋਂ ਤੁਸੀਂ ਕੋਈ ਵੀ ਥ੍ਰੈਡ ਵਗੈਰਾ ਲੈ ਕੇ ਆਉਂਦੇ ਹੋ ਜਾਂ ਜਦੋਂ ਕਿਸੇ ਵੀ ਫੈਕਟਰੀ ਨੇ ਕੱਪੜੇ ਨੂੰ ਬਣਾਈ ਲੈਣੀ ਹੁੰਦੀ ਹੈ, ਬਣਾਉਂਦੇ ਆ ਜਦੋਂ ਕੱਪੜਾ, ਤਾਂ ਉੱਥੇ ਕੀ ਹੈਗਾ ਜਦੋਂ ਉਹਨਾਂ ਨੂੰ ਥ੍ਰੈਡ ਦੀ ਵਰਤੋਂ ਕਰਦੇ ਨੇ ਤਾਂ ਉਹ ਉੱਥੇ ਉਹਦੀ ਜਿਹੜੀ ਉਹਦਾ ਗਿਣਤੀ ਹੈਗੀ, ਉਹਨਾਂ ਨੇ ਜਿਹੜੀ ਕੁਆਂਟੀਟੀ ਲੈਣੀ ਹੈ ਤਾਂ ਉਹਨਾਂ ਨੂੰ ਕਿਹਦੇ ਵਿੱਚ ਲੈਣਾ ਹੈਗਾ ਮੀਟਰਾਂ ਦੇ ਵਿੱਚ ਜਾਂ ਗ੍ਰਾਮਾਂ ਦੇ ਵਿੱਚ। ਤੁਸੀਂ ਰੀਲ ਲੈ ਕੇ ਉਹਨੇ ਇੱਕ ਨਾਰਮਲ ਘਰਾਂ ਦੇ ਵਿੱਚ ਵਰਤਣ ਦੇ ਲਈ ਤਾਂ ਉਹਦੇ ਉੱਪਰ ਵੀ ਜਿਹੜੀ ਉਹਦੀ ਕੁਆਂਟੀਟੀ ਹੈਗੀ ਹੈ ਤਾਂ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਦਾ ਮੀਟਰ ਲਿਖਿਆ ਹੁੰਦਾ ਵੀ ਕਿੰਨੇ ਮੀਟਰ ਇਸ ਉੱਪਰ ਥ੍ਰੈਡ ਜਿਹੜਾ ਹੈਗਾ ਲਪੇਟਿਆ ਹੋਇਆ। ਅਪ੍ਰਤੱਖ ਨਾਪਣ ਕੀ ਆ ਜਾਂਦੇ ਨੇ ਅਜਿਹੇ ਸਿਸਟਮ ਦੇ ਅਧੀਨ ਇੱਕ ਪੌਂਡ ਵਿੱਚ ਕਿੰਨੇ ਗਜ ਨੇ ਇਹ ਤੇ ਨਿਰਭਰ ਕਰਦਾ ਵੀ ਮਤਲਬ ਉਹ ਗਜਾਂ ਦੇ ਅਕੋਰਡਿੰਗ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਜਾਂਦਾ। ਤਾਂ ਭਾਰ ਕਰਦੇ ਸਮੇਂ ਪੈਕਿੰਗ ਅਤੇ ਰੇਸ਼ੇ ਦੀ ਕਿਸਮ ਨੂੰ ਵੀ ਨਜ਼ਰ ਵਿੱਚ ਰੱਖਿਆ ਜਾਂਦਾ ਹੈ। ਜਦੋਂ ਤੁਸੀਂ ਉਹਨੂੰ ਤੋਲਿਆ ਜਾਂਦਾ ਤਾਂ ਉਹਦੀ ਪੈਕਿੰਗ ਦਾ ਵੀ ਉਹਦੇ ਵਿੱਚ ਜਿਹੜੀ ਅਕਾਊਂਟ ਹੋਣੀ ਹੈ ਤਾਂ ਉਹਦੇ ਰੇਸ਼ੇ ਦੀ ਜਿਹੜੀ ਕਿਸਮ ਹੈ ਉਸ ਚੀਜ਼ ਨੂੰ ਵੀ ਉਹਦੇ ਵਿੱਚ ਜ਼ਰੂਰ ਦੇਖ ਕੇ ਹੀ ਉਸ ਚੀਜ਼ ਦਾ ਜਿਹੜਾ ਨਾਪ ਹੈ ਲਿਆ ਜਾਂਦਾ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਸੂਤ ਦੀ ਗਿਣਤੀ ਕੱਪੜੇ ਦੀ 1 ਇੰਚ ਵਿੱਚ ਤਾਣੇ ਅਤੇ ਬਾਣੇ ਦੀਆਂ ਤਾਰਾਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ। ਜੋ ਤੁਸੀਂ ਮਤਲਬ ਅੰਤ ਦੇ ਵਿੱਚ ਜਿਹੜਾ ਇਹ ਸਿੱਟਾ ਇਹ ਨਿਕਲਦਾ ਕਿ ਸੂਤ ਦੀ ਗਿਣਤੀ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਸੂਤ ਕੱਪੜੇ ਦੀ ਜਿਹੜੀ ਲੰਬਾਈ ਦੇ ਵਿੱਚ 1 ਇੰਚ ਅਤੇ ਚੌੜਾਈ ਦੇ ਵਿੱਚ ਜਿਵੇਂ ਤਾਣੇ ਤੇ ਬਾਣੇ ਦੀਆਂ ਕਿੰਨੀਆਂ ਤਾਰਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵਗਾਇਆ ਗਿਆ ਤਾਂ ਉਹਦੇ ਤੇ ਨਿਰਭਰ ਕਰਦਾ ਕਿ ਉਹਦੀ ਗਿਣਤੀ ਕਿੰਨੀ ਹੋ ਸਕਦੀ ਹੈ। ਤਾਂ ਪੈਕਿੰਗ ਸੂਤ ਦੀ ਪੈਕਿੰਗ ਅਸੀਂ ਵੱਖਰੇ ਰੂਪਾਂ ਦੇ ਵਿੱਚ ਦੇਖਦੇ ਹਾਂ। ਇੱਕ ਕੋਨ ਸੂਤ ਦੀ ਪੈਕਿੰਗ ਨੂੰ ਅਸੀਂ ਰੀਲਾਂ ਦੇ ਵਿੱਚ ਫਿਰਕੀ ਸ਼ੰਕੂ ਗੁੱਛੀਆਂ ਦੇ ਵਿੱਚ ਵੇਚਿਆ ਜਾਂਦਾ ਹੈ। ਜਿਵੇਂ ਤੁਹਾਨੂੰ ਪਿਕਚਰ 'ਚ ਦਿਖਾਈ ਦੇ ਰਿਹਾ ਕਿ ਸ਼ੰਕੂ ਇਸ ਤਰ੍ਹਾਂ ਦੀ ਜਿਵੇਂ ਤੁਸੀਂ ਇੰਟਰਲੌਕ ਦੇ ਕੰਮ ਦੇ ਵਿੱਚ ਵਰਤੋਂ ਵਿੱਚ ਲਿਆਉਣਾ ਜਾਂ ਜਦੋਂ ਤੁਸੀਂ ਥ੍ਰੈਡ ਬਣ ਰਿਹਾ ਇੱਕ ਰੇਸ਼ੇ ਤੋਂ ਜਦੋਂ ਸੂਤ ਕੱਟ ਕੇ ਤਿਆਰ ਹੁੰਦਾ ਤਾਂ ਵੱਡੇ ਸ਼ੰਕੂਆਂ ਦੇ ਉੱਪਰ ਹੀ ਥ੍ਰੈਡ ਨੂੰ ਜਿਹੜਾ ਚੜਾਇਆ ਜਾਂਦਾ ਤਾਂ ਉਸ ਤੋਂ ਬਾਅਦ ਉਹਦੀ ਕਲਰਿੰਗ ਕੀਤੀ ਜਾਂਦੀ ਹੈ। ਉਸ ਤੋਂ ਉਹ ਸ਼ੰਕੂਆਂ ਤੋਂ ਗਾਂ ਰੀਲਾਂ ਦੇ ਵਿੱਚ ਰੂਪ ਦੇ ਵਿੱਚ ਜਿਹੜਾ ਹੈਗਾ ਥ੍ਰੈਡ ਬਣ ਕੇ ਤਿਆਰ ਹੁੰਦਾ ਹੈ। ਤਾਂ ਇਸੇ ਤਰ੍ਹਾਂ ਹੀ ਨੀਚੇ ਪਿਕਚਰ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਜਿਹੜੀਆਂ ਸਿੰਥੈਟਿਕ ਜਾਂ ਬਨਾਵਟੀ ਕਿਰਿਆ ਦੇ ਦੁਆਰਾ ਜਿਹੜੇ ਰੇਸ਼ਿਆਂ ਤੋਂ ਸੂਤ ਤਿਆਰ ਕੀਤਾ ਜਾਂਦਾ ਤਾਂ ਉਹ ਇਸ ਤਰੀਕੇ ਦੇ ਨਾਲ ਵਟਿਆ ਜਾਂਦਾ ਕਿ ਦੇਖਣ ਨੂੰ ਰੱਸੇ ਦੀ ਪਲਾਸਟਿਕ ਦੀਆਂ ਰੱਸੀਆਂ ਜਿਨ੍ਹਾਂ ਨੂੰ ਅਸੀਂ ਵਰਤੋਂ ਵਿੱਚ ਲਿਆਉਂਦੇ ਆ ਤਾਂ ਇਸ ਰੂਪ ਦੇ ਵਿੱਚ ਸਾਨੂੰ ਪੈਕਿੰਗ ਕੀਤੀ ਬਾਜ਼ਾਰਾਂ ਦੇ ਵਿੱਚ ਮਿਲਦੀਆਂ। ਇਸੇ ਤਰ੍ਹਾਂ ਹੀ ਗੁੱਛੀਆਂ ਜਿਹੜੀਆਂ ਬਾਜ਼ਾਰਾਂ ਦੇ ਵਿੱਚੋਂ ਅਸੀਂ ਐਂਕਰ ਵਗੈਰਾ ਲਿਆਉਂਦੇ ਆ ਤਾਂ ਉਹ ਸਾਰੇ ਥ੍ਰੈਡ ਜਿਹੜੇ ਹੈਗੇ ਇਹ ਪ੍ਰਕਿਰਿਆ ਦੇ ਨਾਲ ਹੀ ਬਣ ਕੇ ਤਿਆਰ ਹੋ ਕੇ ਸਾਡੇ ਘਰਾਂ ਦੇ ਵਿੱਚ ਸਾਡੀ ਵਰਤੋਂ ਦੇ ਵਿੱਚ ਲਿਆਉਣ ਲਈ ਆਉਂਦੇ ਨੇ। ਤਾਂ ਚੌਥੀ ਨੰਬਰ ਜਿਹੜੀ ਪਿਕਚਰ ਹੈਗੀ ਆ ਉੱਥੇ ਤੁਹਾਡੇ ਕੋਲੇ ਹੈਗੇ ਆ ਉੱਨ ਦੇ ਗੋਲੇ। ਤਾਂ ਇੱਕ ਇਹਦੀ ਪੈਕਿੰਗ ਇਹ ਵੀ ਹੈ ਕਿ ਜਿਹੜੀ ਪੱਛਮ ਹੈ ਉੱਨੀ ਪੱਛਮ ਨੂੰ ਅਸੀਂ ਵਰਤਦੇ ਹਾਂ ਤਾਂ ਉਹਨਾਂ ਨੂੰ ਅਸੀਂ ਗੋਲਿਆਂ ਦੇ ਰੂਪ ਦੇ ਵਿੱਚ ਮਾਰਕੀਟ ਦੇ ਵਿੱਚੋਂ ਖਰੀਦ ਸਕਦੇ ਹਾਂ। ਜਦੋਂ ਤੁਸੀਂ ਰੇਸ਼ਿਆਂ ਤੋਂ ਸੂਤ ਤਿਆਰ ਕਰ ਲਿਆ ਤਾਂ ਸਾਡੇ ਕੋਲੇ ਅਗਲਾ ਪ੍ਰੋਸੈਸ ਬਣ ਜਾਂਦਾ ਹੈਗਾ ਧਾਗਾ। ਹੁਣ ਜਦੋਂ ਕੋਈ ਵੀ ਕੱਪੜਾ ਅਸੀਂ ਤਿਆਰ ਕਰਦੇ ਆ ਤਾਂ ਉਹਦੀ ਜਿਹੜੀ ਬਣਤਰ ਹੈਗੀ ਆ ਜਾਂ ਉਹਦੀ ਕੁਆਲਿਟੀ ਹੈਗੀ ਆ ਤਾਂ ਉਹ ਇੱਕ ਥ੍ਰੈਡ ਤੇ ਹੀ ਨਿਰਭਰ ਕਰਦੀ ਹੈ ਕਿ ਕਿਸ ਕਿਸਮ ਦਾ ਜਿਹੜਾ ਧਾਗਾ ਉਸ ਨੂੰ ਬਣਾਉਣ ਦੇ ਵਿੱਚ ਵਰਤਿਆ ਗਿਆ। ਜਿਹੜਾ ਧਾਗਾ ਹੈਗਾ ਛੋਟੇ ਰੇਸ਼ਿਆਂ ਨੂੰ ਸਟੈਪਲ ਮਤਲਬ ਛੋਟੇ ਜਿਹੜੇ ਰੇਸ਼ਿਆਂ ਨੂੰ ਗੁੰਦ ਕੇ ਅਸੀਂ ਕੀ ਕਰਦੇ ਆ ਤਿਆਰ ਇੱਕ ਧਾਗਾ ਤਿਆਰ ਕਰਦੇ ਆ। ਰੇਸ਼ਿਆਂ ਤੋਂ ਅਸੀਂ ਉਸ ਚੀਜ਼ ਨੂੰ ਗੁੰਦਿਆ ਤਾਂ ਸਾਡੇ ਕੋਲ ਇੱਕ ਧਾਗਾ ਬਣ ਜਾਂਦਾ। ਜਿਵੇਂ ਸੂਤੀ ਕੱਪੜੇ ਬਣਾਉਣ ਲਈ ਅਸੀਂ ਕੀ ਕਰਦੇ ਆ ਸੂਤ ਨੂੰ ਕੱਟ ਕੇ ਸੂਤ ਤਿਆਰ ਹੁੰਦਾ ਤਾਂ ਇੱਕ ਜਿਹੜਾ ਸੂਤ ਕੱਟ ਕੇ ਤਿਆਰ ਹੋ ਜਾਂਦਾ ਉਹ ਇੱਕ ਸਾਡੇ ਕੋਲੇ ਥ੍ਰੈਡ ਦੀ ਹੀ ਇੱਕ ਰੂਪ ਆ ਜਾਂਦਾ। ਜਿਵੇਂ ਅਸੀਂ ਜਾਣਦੇ ਹਾਂ ਕਿ ਕਪਾਹ ਤੋਂ ਸੂਤੀ ਕੱਪੜਾ ਤਿਆਰ ਕੀਤਾ ਜਾਂਦਾ ਉਸਨੂੰ ਵਲੇਵਿਆਂ ਦੇ ਵਿੱਚ ਵਲ ਕੇ ਬਨੋਲੇ ਉਹਦੇ ਜਿਹੜੀਆਂ ਵੜੇਵੇਂ ਵਿੱਚੋਂ ਕੱਢ ਕੇ ਉਹਨੂੰ ਸਾਫ਼ ਕਰਕੇ ਪੂਣੀਆਂ ਵੱਟ ਲਈ ਜਾਂਦੀਆਂ। ਤੁਸੀਂ ਦੇਖਿਆ ਪੁਰਾਣੇ ਟਾਈਮ ਦੇ ਵਿੱਚ ਘਰਾਂ ਦੇ ਵਿੱਚ ਜਦੋਂ ਚਰਖੇ ਤੇ ਥ੍ਰੈਡ ਨੂੰ ਤਿਆਰ ਕੀਤਾ ਜਾਂਦਾ ਸੀ ਤਾਂ ਸੂਤੀ ਕੱਪੜਾ ਇਸੇ ਤਰੀਕੇ ਨਾਲ ਹੀ ਤਿਆਰ ਹੁੰਦਾ ਕਿ ਕਪਾਹ ਦੇ ਫੁੱਲ ਜਿਹੜਾ ਨਰਮਾ ਖੇਤਾਂ ਦੇ ਵਿੱਚ ਉਗਾਇਆ ਜਾਂਦਾ ਤਾਂ ਉਹਦੇ ਉੱਤੇ ਕੀ ਹੈ ਟਿੰਡੇ ਲੱਗਦੇ ਨੇ ਤਾਂ ਉਹਨਾਂ ਦੇ ਵਿੱਚੋਂ ਜਿਹੜੀ ਹੈਗੀ ਕਾਟਨ ਵੱਖ ਕਰ ਲਈ ਜਾਂਦੀ ਹੈ ਤਾਂ ਕੁਝ ਕੁ ਜਿਹੜੀ ਉਹਦੇ ਉੱਪਰ
ਮੰਨ ਲਓ ਬਨੋਲੇ ਆਦि ਲੱਗੇ ਨੇ ਤਾਂ ਉਹਨਾਂ ਨੂੰ ਸਾਫ਼ ਕਰਕੇ ਵੇਲ ਕੇ ਉਹਦੀਆਂ ਪੂਣੀਆਂ ਬਣਾ ਲਈਆਂ ਜਾਂਦੀਆਂ ਸੀ। ਤਾਂ ਉਸ ਤੋਂ ਬਾਅਦ ਪੂਣੀਆਂ ਨੂੰ ਵੱਟ ਕੇ ਇੱਕ ਸੂਤ ਤਿਆਰ ਕੀਤਾ ਜਾਂਦਾ ਸੀ ਤੇ ਇਹ ਹੀ ਜਿਹੜਾ ਸੂਤ ਹੁੰਦਾ ਸੀ ਉਹ ਸੂਤੀ ਕੱਪੜੇ ਬਣਾਉਣ ਦੇ ਲਈ ਵਰਤਿਆ ਜਾਣ ਵਾਲਾ ਇੱਕ ਧਾਗਾ ਹੈ, ਜੋ ਕਿ ਅਸੀਂ ਸਹੀ ਕਿਸਮ, ਜੇ ਤੁਹਾਡੀ ਕਾਟਨ ਦੀ ਕਿਸਮ ਵਧੀਆ ਹੋਊਗੀ ਤਾਂ ਤੁਹਾਡਾ ਜਿਹੜਾ ਕਾਟਨ ਦਾ ਕੱਪੜਾ ਹੈਗਾ ਉਹ ਵੀ ਵਧੀਆ ਰੂਪ ਦੇ ਵਿੱਚ ਬਣ ਕੇ ਤਿਆਰ ਹੁੰਦਾ ਹੈ। ਇਸੇ ਤਰ੍ਹਾਂ ਹੀ ਰਸਾਇਣਿਕ ਪਦਾਰਥਾਂ ਰਾਹੀਂ ਆਦਮੀ ਜਿਹੜਾ ਬਣਾਉਟੀ ਰੂਪ ਦੇ ਵਿੱਚ ਧਾਗਾ ਤਿਆਰ ਕਰਦੇ ਨੇ, ਕੱਚੇ ਰੇਸ਼ਿਆਂ ਨੂੰ ਆਪਸ ਦੇ ਵਿੱਚ ਮਿਲਾ ਕੇ ਵੱਟ ਚੜਾ ਕੇ ਲੰਬਾ ਧਾਗਾ ਜਿਹੜਾ ਹੈਗਾ ਤਿਆਰ ਕੀਤਾ ਜਾਂਦਾ ਹੈ। ਇਸ ਰੇਸ਼ੇ ਨੂੰ ਅਸੀਂ ਕੀ ਹੈਗਾ ਗੁੱਛੀਆਂ, ਅੱਟੀਆਂ ਜਾਂ ਰੀਲਾਂ ਦੇ ਰੂਪ ਵਿੱਚ ਅਸੀਂ ਆਮ ਬਾਜ਼ਾਰਾਂ ਵਿੱਚੋਂ ਲੈ ਕੇ ਆਉਂਦੇ ਆ। ਇਹ ਧਾਗਾ ਬਰੀਕ ਜਾਂ ਮੋਟਾ ਇੱਕ ਜਾਂ ਵੱਧ ਤੰਦਾਂ ਨਾਲ ਗੁੰਨ ਕੇ ਉਹਨਾਂ ਨੂੰ ਗੁੰਦ ਕੇ ਤਿਆਰ ਕੀਤਾ ਜਾ ਸਕਦਾ ਹੈ। ਜਿਹੜੇ ਤੁਸੀਂ ਬਣਾਵਟ ਦੇਖਦੇ ਹੋ ਕਿ ਗੁੱਛੀਆਂ ਜਿਹੜੀਆਂ ਹੁੰਦੀਆਂ ਜਾਂ ਅੱਟੀਆਂ ਐਂਕਰ ਦੇ ਗੋਲੇ ਆ, ਤਾਂ ਉਹਨਾਂ ਦੀ ਬਣਾਵਟ ਤੋਂ ਹੀ ਸਾਨੂੰ ਮਹਿਸੂਸ ਹੋ ਜਾਂਦਾ ਹੈ ਕਿ ਉਹ ਕਿੰਨੀਆਂ ਤਾਰਾਂ ਦੇ ਨਾਲ ਉਹਨਾਂ ਨੂੰ ਗੁੰਦਿਆ ਗਿਆ, ਤਾਂ ਉਹਦੀ ਜਿਹੜੀ ਬਣਾਵਟ ਹੈਗੀ, ਉਹਦੀ ਮੋਟਾਈ ਹੈਗੀ ਆ, ਉਹਦੇ ਜਿਹੜੇ ਤੰਦਾਂ ਨੂੰ, ਰੇਸ਼ੇ ਦੇ ਜਿੰਨੇ ਤੰਦ ਲਏ ਗਏ ਨੇ ਉਹਦੇ ਉੱਪਰ ਨਿਰਭਰ ਕਰਦੀ ਹੈ। ਪੁਰਾਣੇ ਸਮਿਆਂ ਦੇ ਵਿੱਚ ਲੋਕੀ ਜਿਹੜੇ ਜੁਲਾਹੇ ਸੀ ਹੱਥ ਖੱਡੀਆਂ ਤੇ ਹੀ ਘਰੇ ਕੱਪੜਾ ਤਿਆਰ ਕਰ ਲੈਂਦੇ ਸੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਘਰਾਂ ਦੇ ਵਿੱਚ ਦਰੀਆਂ, ਖੇਸ, ਖੱਡੀਆਂ ਘਰੇ ਲਗਾ ਕੇ ਜਿਹੜੇ ਹੈਗੇ ਆ ਕੱਪੜੇ ਨੂੰ ਬਣਾਇਆ ਜਾਂਦਾ ਸੀ। ਤਾਂ ਅੱਜ ਦਾ ਟਾਈਮ ਜਿਹੜਾ ਹੈਗਾ ਉਹਦੇ ਵਿੱਚ ਉਹ ਰੂਪ ਜਿਹੜਾ ਹੈਗਾ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਵਿੱਚ ਮਸ਼ੀਨਾਂ ਲੱਗ ਗਈਆਂ ਤੇ ਜਿਸ ਦੇ ਨਾਲ ਕੀ ਹੈ ਇੱਕ ਧਾਗੇ ਤੋਂ ਕੱਪੜਾ ਜਿਹੜਾ ਹੈਗਾ ਵੱਖਰੀਆਂ ਵੱਖਰੀਆਂ ਬੁਣਤਾਂ ਪਾ ਕੇ ਬਣਾਇਆ ਜਾਂਦਾ। ਹੁਣ ਅੱਗੇ ਅਸੀਂ ਗੱਲ ਕਰਦੇ ਹਾਂ ਕੱਪੜੇ ਦੀਆਂ ਵੱਖ-ਵੱਖ ਬੁਣਤਾਂ ਦਾ ਵੀਵਸ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੇਵਸ। ਤਾਂ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਤਾਂ ਕੋਈ ਵੀ ਜਦੋਂ ਤੁਸੀਂ ਰੇਸ਼ੇ ਤੋਂ ਇੱਕ ਸੂਤ ਕੱਟ ਲਿਆ, ਤੁਹਾਡੇ ਕੋਲ ਇੱਕ ਥ੍ਰੈਡ ਬਣ ਗਿਆ, ਤਾਂ ਅਸੀਂ ਉਹਦੇ ਵਿੱਚ ਉਸਨੂੰ ਵੱਖਰੇ ਵੱਖਰੇ ਢੰਗ ਨਾਲ ਬੁਣ ਕੇ, ਤੁਸੀਂ ਦੇਖਿਆ ਕਿ ਮਾਰਕੀਟ ਦੇ ਵਿੱਚ ਵੱਖਰੇ ਵੱਖਰੇ ਤਰੀਕਿਆਂ ਦੇ ਜਿਹੜੇ ਮਾਰਕੀਟ ਕੱਪੜਾ ਆਉਂਦਾ ਹੈ, ਸਾਟਨ ਹੈ, ਵੈਲ ਹੈ, ਜਾਰਜਟ ਹੈ, ਤਾਂ ਹਰੇਕ ਦੀ ਵੱਖਰੀ ਵੱਖਰੀ ਬੁਣਾਈ ਹੁੰਦੀ ਹੈ। ਹਰੇਕ ਕੱਪੜਾ ਇੱਕੋ ਹੀ ਬੁਣਤੀ ਦੇ ਨਾਲ ਨਹੀਂ ਤਿਆਰ ਕੀਤਾ ਜਾਂਦਾ। ਤਾਂ ਉਸ ਦੀ ਪਛਾਣ ਅਸੀਂ ਉਸਦੀਆਂ ਵੀਵਸ ਤੋਂ, ਜੇ ਸਾਨੂੰ ਪਤਾ ਹੋਊਗਾ ਕਿ ਉਹ ਬੁਣਤ ਕਿਸ ਤਰੀਕੇ ਨਾਲ, ਤਾਂ ਅਸੀਂ ਉਸ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਇਹ ਕਿਸ ਕਿਸਮ ਦਾ ਕੱਪੜਾ ਹੈਗਾ। ਤਾਂ ਕੱਪੜੇ ਦੇ ਵਿੱਚ ਕੀ ਹੁੰਦਾ, ਤੁਸੀਂ ਸਾਰੇ ਹੀ ਜਾਣਦੇ ਹੋ ਕਿ ਕੱਪੜੇ ਨੂੰ ਜਦੋਂ ਬੁਣਿਆ ਜਾਂਦਾ ਤਾਂ ਤਾਣੇ ਤੇ ਬਾਣੇ ਦੇ ਧਾਗਿਆਂ ਨੂੰ ਵੱਖਰੇ ਵੱਖਰੇ ਢੰਗ ਦੇ ਨਾਲ ਬੁਣ ਕੇ ਅਸੀਂ ਨਮੂਨੇ ਤਿਆਰ ਕਰਦੇ ਹਾਂ। ਤੁਸੀਂ ਦੇਖਿਆ ਕਿ ਪਲੇਨ ਹੁੰਦਾ ਕੱਪੜਾ, ਪ੍ਰਿੰਟਡ ਵੱਖਰੇ ਵੱਖਰੇ ਡਿਜ਼ਾਈਨ ਬਣਾਏ ਜਾਂਦੇ ਨੇ, ਫਲਾਵਰ, ਉਹਦੇ ਵਿੱਚ ਐਨੀਮਲਸ ਦੇ ਡਿਜ਼ਾਈਨ, ਤਾਂ ਉਹਨਾਂ ਦੀ ਬੁਣਾਈ ਜਿਹੜੀ ਹੈਗੀ ਆ ਉਹ ਇਸ ਢੰਗ ਨਾਲ ਕੀਤੀ ਜਾਂਦੀ ਹੈ ਤਾਂ ਜੋ ਉਸ ਦੇ ਵਿੱਚ ਜਿਹੜੇ ਡਿਜ਼ਾਈਨ ਹੈ ਸੈੱਟ ਕੀਤੇ ਜਾਂਦੇ ਆ। ਤਾਂ ਉਸ ਚੀਜ਼ ਨੂੰ ਅਸੀਂ ਕੀ ਕਹਿੰਦੇ ਆ, ਉਸ ਦੀ ਬੁਣਤ। ਤਾਂ ਇਹਦੇ ਵਿੱਚ ਸਾਡੇ ਕੋਲੇ ਹੈਗੀ ਆ ਪਲੇਨ ਵੀ, ਬਾਸਕਟ ਵੀ, ਰਿਬ ਵੀ, ਟਵਿਲ ਵੀ, ਸਾਟਨ ਤੇ ਪਾਈਲ ਵੀ। ਤਾਂ ਹੁਣ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਪਲੇਨ ਵਿਬ ਦੀ। ਪਿਕਚਰ ਦੇ ਵਿੱਚ ਤੁਹਾਨੂੰ ਸ਼ੋ ਹੋ ਰਿਹਾ ਹੈਗਾ ਕਿ ਪਲੇਨ ਵਿਬ ਹੁੰਦੀ ਕੀ ਹੈ, ਕਿਸ ਤਰੀਕੇ ਦੀ ਬਣਾਈ ਹੈ। ਜਦੋਂ ਅਸੀਂ ਤਾਣੇ ਅਤੇ ਬਾਣੇ ਦੀਆਂ ਇੱਕ ਇੱਕ ਤੰਦਾਂ ਨੂੰ, ਇੱਕ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਘਰਾਂ ਦੇ ਵਿੱਚ ਕਹਿ ਦਿੰਦੇ ਸੀ, ਇੱਕ ਚੱਕ ਕੇ, ਜਿਸ ਤਰ੍ਹਾਂ ਅਸੀਂ ਮੰਜੇ ਦੀ ਬਣਾਈ ਆਦਿ ਕਰਦੇ ਆ, ਇੱਕ ਤੰਦ ਨੂੰ ਅਸੀਂ ਚੱਕ ਕੇ ਤੇ ਦੂਸਰੇ ਨਾਲ ਦਬਾ ਦਿੰਦੇ ਆ, ਤਾਂ ਇਸ ਤਰੀਕੇ ਨਾਲ ਜਿਹੜਾ ਕੱਪੜਾ ਬਣਾਇਆ ਜਾਂਦਾ ਉਹਨੂੰ ਅਸੀਂ ਪਲੇਨ ਵਿਬ ਕਹਿੰਦੇ ਆ, ਜਿਹਦੇ ਵਿੱਚ ਤਾਣਾ ਅਤੇ ਬਾਣਾ ਇੱਕ ਇੱਕ ਲੈ ਕੇ, ਮਤਲਬ ਤਾਣਾ ਤੇ ਪੇਟੇ ਦੇ ਜਿਹੜੇ ਧਾਗੇ ਹੈਗੇ ਇਸ ਤਰੀਕੇ ਨਾਲ ਆਪਸ ਦੇ ਵਿੱਚ ਗੁੰਦੇ ਜਾਂਦੇ ਨੇ ਕਿ ਇੱਕ ਥ੍ਰੈਡ ਉੱਪਰ ਹੁੰਦਾ ਤੇ ਇੱਕ ਉਹਦੇ ਨੀਚੇ ਆ ਜਾਂਦਾ। ਤਾਂ ਇਸ ਤਰੀਕੇ ਨਾਲ ਜਿਹੜਾ ਬਣਾਇਆ ਹੋਇਆ ਹੁੰਦਾ ਕੱਪੜਾ ਉਹਨੂੰ ਅਸੀਂ ਕੀ ਕਹਿੰਦੇ ਆ, ਪਲੇਨ ਵਿਬ। ਉਸ ਦੀ ਬਣਾਈ ਕੀ ਹੁੰਦੀ ਆ, ਪਲੇਨ ਵਿਬ। ਇਸ ਤਰੀਕੇ ਦੇ ਕੱਪੜੇ ਹੁੰਦੇ ਨੇ ਜਿਵੇਂ ਮਲਮਲ ਲਾਈਨਿੰਗ, ਜਿਹੜੀ ਅਸੀਂ ਕੱਪੜਿਆਂ ਦੇ ਨੀਚੇ ਲਗਾਉਣ ਲਈ ਵਰਤਦੇ ਆ, ਤਾਂ ਉਸ ਦੀ ਤੁਸੀਂ ਆਪਣੇ ਘਰਾਂ ਦੇ ਵਿੱਚ ਜੋ ਤੁਸੀਂ ਦੇਖੋਗੇ ਤਾਂ ਉਹਦੀ ਬੁਣਤੀ ਇਸੇ ਤਰੀਕੇ ਨਾਲ ਜਿਹੜੀ ਹੈਗੀ ਆ ਬਣਾਈ ਹੁੰਦੀ ਹੈ। ਇਸ ਵਿੱਚ ਜਿਹੜਾ ਤਾਣਾ ਤੇ ਪੇਟਾ ਉਹ ਇੱਕੇ ਕਿਸਮ ਦੇ ਰੇਸ਼ੇ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਤਾਂ ਨੰਬਰ 2 ਤੇ ਸਾਡੇ ਕੋਲੇ ਆ ਜਾਂਦੀ ਹੈਗੀ ਆ ਬਾਸਕਟ ਵਿਬ। ਹੁਣ ਤੁਸੀਂ ਸੈਕਿੰਡ ਪਿਕਚਰ ਦੇ ਵਿੱਚ ਦੇਖ ਰਹੇ ਹੋ ਕਿ ਇਹਦੇ ਵਿੱਚ ਅਸੀਂ ਤਾਣੇ ਅਤੇ ਬਾਣੇ ਦੀਆਂ ਦੋ ਦੋ ਤੰਦਾਂ ਲਈਆਂ ਹੋਈਆਂ। ਤਾਣੇ ਅਤੇ ਬਾਣੇ ਨੂੰ ਇਸ ਤਰੀਕੇ ਨਾਲ ਅਸੀਂ ਸੈੱਟ ਕਰਨਾ ਹੈਗਾ ਕਿ ਤਾਣਾ ਤੇ ਬਾਣਾ, ਤੁਸੀਂ ਦੋ ਦੋ ਤੰਦਾਂ ਨੂੰ ਇਸ ਤਰੀਕੇ ਨਾਲ ਆਪਸ ਦੇ ਵਿੱਚ ਇੱਕ ਉਸੇ ਤਰੀਕੇ ਨਾਲ ਹੀ ਤੁਸੀਂ ਉਸਦੀ ਬਣਾਈ ਕਰਨੀ ਹੈ ਜਿਵੇਂ ਅਸੀਂ ਪਹਿਲੀ ਵਿਬ ਦੇ ਵਿੱਚ ਕੀਤੀ ਹੈਗੀ ਆ। ਪਰ ਇੱਥੇ ਫਰਕ ਕੀ ਹੈਗਾ, ਸਿਰਫ ਤਾਣੇ ਅਤੇ ਪੇਟੇ ਦੀ ਇੱਕ ਇੱਕ ਤੰਦ ਨੂੰ ਅਸੀਂ ਵੱਧ ਲੈਣਾ ਹੈ, ਉਸ ਦੇ ਵਿੱਚ ਅਸੀਂ ਦੋ ਦੋ ਤੰਦਾਂ ਨੂੰ ਚੁੱਕਣਾ। ਅਤੇ ਫਸਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹਨੂੰ ਅਸੀਂ ਪੂਰਾ ਆਪਸ ਦੇ ਵਿੱਚ ਗੁੰਦ ਕੇ ਥੋੜਾ ਜੋੜ ਕੇ, ਜਿਹਦੇ ਤੁਸੀਂ ਦੇਖਿਆ ਹੀ ਹੈ ਕਿ ਘਰਾਂ ਦੇ ਵਿੱਚ ਜਦੋਂ ਕੱਪੜੇ ਦੀ ਬਣਾਈ ਕੀਤੀ ਜਾਂਦੀ ਸੀ ਇੱਕ ਕੰਘੇ ਦੇ ਰੂਪ ਦੀ ਵਰਤੋਂ ਕੀਤੀ ਜਾਂਦੀ ਸੀ, ਜਿਹਦੇ ਨਾਲ ਕਿ ਕੱਪੜੇ ਦੇ ਉੱਪਰ ਜਿਹੜੀਆਂ ਤੁਸੀਂ ਤਾਰਾਂ ਤੰਦਾਂ ਨੂੰ ਵਗਾਇਆ, ਤਾਣੇ ਤੇ ਪੈਟਰਨ ਜੋ ਤੁਸੀਂ ਵਗਾਇਆ ਤੇ ਉਹਨੂੰ ਨਾਲ ਨਾਲ ਜੋੜ ਕੇ ਬਣਾਇਆ ਜਾਂਦਾ ਸੀ। ਪਰ ਬਾਸਕਟ ਵਿਬ ਦੇ ਵਿੱਚ ਜਦੋਂ ਤੁਸੀਂ ਕੱਪੜਾ ਬੁਣਨ ਦੀ ਬਣਾਈ ਕਰ ਰਹੇ ਹੋ ਤਾਂ ਉੱਥੇ ਤੁਸੀਂ ਇਹਨਾਂ ਨੂੰ ਆਪਸ ਦੇ ਵਿੱਚ ਬਹੁਤਾ ਅਟੈਚ ਨਹੀਂ ਕਰਨਾ, ਇਹ ਥੋੜਾ ਲੂਜ਼ ਬਣਾਇਆ ਜਾਂਦਾ। ਤਾਂ ਇਹਦਾ ਮਤਲਬ ਇਹ ਕੀ ਹੈ, ਇਹ ਕੱਪੜਾ ਜ਼ਿਆਦਾ ਹੰਢਣਸਾਰ ਨਹੀਂ, ਇਸ
ਵਿਵ ਦੀ ਸਹਾਇਤਾ ਨਾਲ ਕੀ ਬਣਦਾ ਹੈਗਾ, ਤੁਸੀਂ ਸਣ ਦੀਆਂ ਬੋਰੀਆਂ ਆਦि ਦੇਖੀਆਂ, ਉਹ ਬਹੁਤ ਹੀ ਲੂਜ਼ ਬੁਣੀਆਂ ਹੁੰਦੀਆਂ, ਤਾਂ ਇਸ ਦੇ ਨਾਲ ਅਸੀਂ ਕੀ ਹੈ ਜੂਟ ਦੀਆਂ ਸਣ ਦੀਆਂ ਜਿਹੜੀਆਂ ਬੋਰੀਆਂ ਤਿਆਰ ਕੀਤੀਆਂ ਜਾਂਦੀਆਂ, ਉਹ ਸੈਕਿੰਡ ਬਾਸਕਟ ਵਿਵ ਦੀ ਸਹਾਇਤਾ ਨਾਲ ਬਣਾਇਆ ਜਾਂਦੀਆਂ। ਨੰਬਰ 3 ਤੇ ਸਾਡੇ ਕੋਲੇ ਆ ਗਈ ਹੈਗੀ ਆ ਰਿਬ ਵਿਵ। ਇਸ ਦੇ ਵਿੱਚ ਕੀ ਹੈਗਾ, ਤਾਣੇ ਦੀ ਇੱਕ ਤੰਦ ਅਤੇ ਬਾਣੇ ਦੀਆਂ ਕਈ 2 ਜਾਂ 2 ਤੋਂ ਵੱਧ ਤੰਦਾਂ ਲੈ ਕੇ, ਤੁਸੀਂ ਦੇਖ ਰਹੇ ਹੋ ਕਿ ਜਿਹੜੇ ਤਾਣੇ ਦੀ ਲੰਬਾਈ ਦੇ ਵਿੱਚ ਜਿਹੜਾ ਬਣਾਇਆ ਗਿਆ, ਇਹਨੂੰ ਅਸੀਂ ਤਾਣਾ ਕਹਿੰਦੇ ਆ, ਤਾਂ ਇੱਥੇ ਅਸੀਂ ਇੱਕ ਇੱਕ ਤੰਦ ਲਈ ਹੋਈ ਹੈ, ਪਰ ਬਾਣੇ ਦੇ ਰੂਪ ਵਿੱਚ ਜਿਹੜੀਆਂ ਅਸੀਂ ਤੰਦਾਂ ਲਈਆਂ ਉਹ 2 ਜਾਂ 2 ਤੋਂ ਵੱਧ ਤੰਦਾਂ ਦੇ ਨਾਲ 2 ਜਾਂ 2 ਤੋਂ ਵੱਧ ਰੇਸ਼ੇ ਲੈ ਕੇ ਉਸ ਨੂੰ ਗੁੰਦਿਆ ਹੋਇਆ। ਤਾਂ ਇਸ ਤਰੀਕੇ ਨਾਲ ਜਿਹੜਾ ਕੱਪੜਾ ਬਣ ਜਾਂਦਾ, ਉਹਦੇ ਵਿੱਚ ਕੀ ਹੁੰਦਾ, ਤੁਸੀਂ ਜਿਹੜਾ ਤਾਣਾ ਲੈਣਾ ਉਹ ਥੋੜਾ ਕੀ ਹੈ ਮਜ਼ਬੂਤ ਲਈ ਲਿਆ ਜਾਂਦਾ, ਅਤੇ ਬਾਣੇ ਦੇ ਵਿੱਚ ਜੇ ਉਹਦੀ ਕੁਆਲਿਟੀ ਥੋੜੀ ਕਮਜ਼ੋਰ ਵੀ ਹੋਊਗੀ ਤਾਂ ਉਹ ਚੱਲ ਜਾਂਦੀ ਹੈ, ਤਾਂ ਜੋ ਕਿਉਂਕਿ ਇਹ ਸਾਨੂੰ ਪਤਾ ਹੀ ਹੈ ਕਿ ਜਿੱਥੇ ਅਸੀਂ 2 ਜਾਂ 2 ਤੋਂ ਵੱਧ ਤਾਰਾਂ ਲਈਆਂ ਤਾਂ ਉਹਦੀ ਹੰਡਾਈ ਉਹਦੇ ਬਰਾਬਰ ਸਹੀ ਹੋ ਜਾਂਦੀ ਹੈ। ਤਾਂ ਇਸ ਤਰੀਕੇ ਨਾਲ ਜਿਹੜਾ ਕੱਪੜਾ ਬਣਦਾ ਹੈਗਾ ਰਿਬ ਵਿਬ, ਉਹ ਉਸਦੀ ਜਿਹੜੀ ਬੁਣਤ ਹੈਗੀ ਆ ਉਹਨੂੰ ਅਸੀਂ ਕਹਿੰਦੇ ਆ ਰਿਬ ਵਿਬ। ਇਸ ਤਰੀਕੇ ਨਾਲ ਜਿਹੜੀਆਂ ਆਕਸਫੋਰਡ ਦੀਆਂ ਸ਼ਰਟਾਂ, ਜੈਂਟਸ ਸ਼ਰਟਿੰਗ ਦਾ ਜਿਹੜਾ ਕੱਪੜਾ ਆਉਂਦਾ ਉਹ ਇਸ ਤਰੀਕੇ ਨਾਲ ਗੁੰਦਿਆ ਹੁੰਦਾ। ਨੰਬਰ 4 ਤੇ ਸਾਡੇ ਕੋਲੇ ਹੈਗਾ ਟਵਿਲ ਵਿਬ। ਟਵਿਲ ਵਿਬ ਦੇ ਵਿੱਚ ਕੀ ਆ ਜਾਂਦਾ, ਇਸ ਦੇ ਵਿੱਚ ਕੀ ਹੈਗਾ, ਤਾਣੀ ਅਤੇ ਪੇਟੇ ਦੀਆਂ ਤੰਦਾਂ ਨੂੰ 2 ਜਾਂ 2 ਤੋਂ ਵੱਧ ਤੰਦਾਂ ਇਸ ਤਰੀਕੇ ਨਾਲ ਗੁੰਦੀਆਂ ਹੁੰਦੀਆਂ। ਤਾਣੇ ਦੀ ਤੁਸੀਂ ਦੇਖੋ, ਇਹਦੇ ਵਿੱਚ ਤਾਣੇ ਦੀਆਂ 3 ਤੰਦਾਂ ਤੇ ਬਾਣੇ ਦੀ ਇੱਕ ਤੰਦ ਨੂੰ ਇਸ ਤਰੀਕੇ ਨਾਲ ਗੁੰਦਿਆ ਹੁੰਦਾ ਕਿ ਇੱਕ ਇੱਕ ਜਿਹੜੀ ਤੰਦ ਹੈ ਉਹ ਅੱਗੇ ਅੱਗੇ ਸਰਕਦੀ ਜਾਂਦੀ ਹੈ। ਤੁਸੀਂ ਦੇਖੋ ਇਹਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਕਿ ਤਿੰਨਾਂ ਤੰਦਾਂ ਦੇ ਵਿੱਚੋਂ ਪਹਿਲਾਂ ਇੱਕ ਚੱਕ ਕੇ ਦੂਜਾ ਦੱਬ ਕੇ ਇਸ ਤਰੀਕੇ ਨਾਲ ਗੁੰਦਿਆ ਕਿ ਉਹਦੀ ਇੱਕ ਇੱਕ ਜਿਹੜੀ ਤੰਦ ਹੈਗੀ ਆ ਉਹ ਅੱਗੇ ਦੀ ਅੱਗੇ ਜਿਹੜੀ ਸਰਕਦੀ ਜਾਂਦੀ ਹੈ। ਤਾਂ ਇਸ ਤਰੀਕੇ ਨਾਲ ਜਿਹੜਾ ਗੁੰਦਿਆ ਹੋਇਆ ਕੱਪੜਾ ਹੈਗਾ ਉਹ ਜਿਹੜੀ ਉਸ ਦੀ ਬਣਤਰ ਬਣ ਜਾਂਦੀ ਹੈ, ਤਾਂ ਉਹ ਸਾਡੇ ਕੋਲੇ ਕੀ ਆ ਜਾਂਦੀ ਹੈ, ਟਵਿਲ ਵਿਬ। ਇਸ ਤਰੀਕੇ ਨਾਲ ਕੀ ਹੈਗਾ, ਡਾਇਨਮ ਸਰਜ ਦਾ ਕੱਪੜਾ, ਜਿਹੜੇ ਤੁਸੀਂ ਪੈਂਟਾਂ ਆਦਿ ਦੀ ਤੁਸੀਂ ਬਣਾਈ ਦੇਖੋਗੇ ਤਾਂ ਉਸ ਦੀ ਜਿਹੜੀ ਬਣਤਰ ਹੁੰਦੀ ਆ ਉਹ ਇਸ ਰੂਪ ਦੇ ਵਿੱਚ ਸਾਡੇ ਕੋਲੇ ਬਣ ਕੇ ਨਜ਼ਰ ਆਉਂਦੀ ਹੈ। ਨੰਬਰ 5 ਤੇ ਸਾਡੇ ਕੋਲੇ ਆ ਗਿਆ ਸਾਟਨ ਵਿਬ। ਹੁਣ ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਸਾਟਨ ਵਿਬ, ਜਿਹੜਾ ਤੁਸੀਂ ਸਾਟਨ ਦੇ ਕੱਪੜੇ ਦੀ ਬਣਾਈ ਕੀਤੀ ਹੁੰਦੀ ਆ ਤਾਂ ਉਸ ਦੀ ਜਿਹੜੀ ਸ਼ੇਪ ਬਣਦੀ ਹੈ ਉਹ ਇਸ ਰੂਪ ਦੇ ਵਿੱਚ, ਉਹਦਾ ਤੁਸੀਂ ਬੈਕ ਸਾਈਡ ਦੇਖੋਗੇ ਨਾ ਤਾਂ ਤੁਹਾਡੀ ਜਿਹੜੀ ਉਹਦੀ ਬੁਣਤ ਹੈਗੀ ਹੈ ਇਸ ਰੂਪ ਦੇ ਵਿੱਚ ਤੁਹਾਡੇ ਕੋਲੇ ਨਜ਼ਰ ਆਉਂਦੀ ਹੈ। ਤਾਂ ਸਾਟਨ ਵਿਬ ਦੇ ਵਿੱਚ ਕੀ ਹੁੰਦਾ, ਤਾਣੇ ਦੀ ਇੱਕ ਅਤੇ ਬਾਣੇ ਦੀਆਂ 3 ਤੋਂ 4 ਤੰਦਾਂ। ਇਹਦੇ ਵਿੱਚ ਤੁਸੀਂ ਦੇਖੋ ਤਾਣੇ ਦੀ ਇੱਕ ਇੱਕ ਤੰਦ ਤੇ ਬਾਣੇ ਦੀਆਂ 3 ਤੋਂ 4 ਤੰਦਾਂ ਨੂੰ ਇਸ ਤਰੀਕੇ ਨਾਲ ਗੁੰਦਿਆ ਜਾਂਦਾ, ਜਿਵੇਂ ਕਿ ਆਪਾਂ ਟਵਿਲ ਵਿਬ ਦੇ ਵਿੱਚ ਦੇਖਿਆ ਅੱਗੇ ਦੀ ਅੱਗੇ ਸਰਕਦੀ ਜਾਂਦੀ ਹੈ। ਤਾਂ ਇਸ ਤਰੀਕੇ ਦੀ ਨਾਲ ਜਿਹੜੀ ਕਿ ਇੱਕ ਵੱਟ ਜੀ ਬਣੀ ਜਾਂਦੀ ਹੈ ਇਸ ਦੇ ਉੱਪਰ। ਤਾਂ ਇਸ ਤਰੀਕੇ ਨਾਲ ਜਿਹੜਾ ਕੱਪੜਾ ਬੁਣਿਆ ਜਾਂਦਾ ਉਹਨੂੰ ਅਸੀਂ ਕੀ ਕਹਿੰਦੇ ਆ, ਸਾਟਨ ਵਿਬ ਕਹਿੰਦੇ ਆ। ਤਾਂ ਇਹਦੇ ਵਿੱਚ ਕੀ ਹੈਗਾ, ਜਾਰਜਟ ਤੇ ਸਾਟਨ ਆਦਿ ਜਿਹੜੇ ਕੱਪੜੇ ਹੁੰਦੇ ਨੇ ਉਹ ਇਸ ਬੁਣਤ ਦੇ ਹਿਸਾਬ ਦੇ ਨਾਲ ਬਣਾਏ ਜਾਂਦੇ ਨੇ। ਨੰਬਰ 6 ਤੇ ਸਾਡੇ ਕੋਲੇ ਆ ਗਿਆ ਪਾਇਲ ਵਿਬ। ਦੇਖਣ ਤੋਂ ਹੀ ਜਿਵੇਂ ਤੁਹਾਨੂੰ ਪਤਾ ਲੱਗਦਾ ਹੈਗਾ ਕਿ ਪਾਇਲ ਵਿਬ ਦੇ ਵਿੱਚ ਜਿਹੜੇ ਤੁਸੀਂ ਸ਼ਨੀਲ, ਵੈਲਵਟ ਜਾਂ ਜਿਨ੍ਹਾਂ ਦੇ ਉੱਪਰ ਹਲਕਾ ਹਲਕਾ ਫਰ ਟਾਈਪ ਦਾ ਕੱਪੜਾ ਹੁੰਦਾ ਜਿਹਨੂੰ ਤੁਸੀਂ ਵਰਤੋਂ ਵਿੱਚ ਲੈ ਕੇ ਆਉਂਦੇ ਹੋ, ਤਾਂ ਇਸ ਤਰੀਕੇ ਨਾਲ ਬੁਣਿਆ ਹੁੰਦਾ ਕਿ ਉਹਦੇ ਜਿਹੜੀਆਂ ਤੰਦਾਂ ਹੈਗੀਆਂ ਉੱਪਰਲੀ ਤੰਦ ਦੇ ਵਿੱਚ ਹਲਕਾ ਹਲਕਾ ਅਸੀਂ ਬਾਣੇ ਦੀਆਂ ਜਿਹੜੀਆਂ ਤੰਦਾਂ ਹੋਣਗੀਆਂ ਉਹਨੂੰ ਹਲਕੇ ਹਲਕੇ ਅਸੀਂ ਲੂਜ਼ਪਨ ਦੇ ਵਿੱਚ ਛੱਡਦੇ ਜਾਂਦੇ ਹਾਂ। ਤਾਂ ਇਸ ਦੇ ਰੂਪ ਵਿੱਚ ਜਿਹੜਾ ਬਣ ਜਾਂਦਾ ਸਾਡੇ ਕੋਲੇ ਪਾਇਲ ਵਿਬ। ਤਾਂ ਇਸ ਤਰੀਕੇ ਦਾ ਜਿਹੜਾ ਕੱਪੜਾ ਹੈਗਾ ਅਸੀਂ ਬਹੁਤ ਹੀ ਫਾਈਨ ਤਰੀਕੇ ਨਾਲ ਜਿਹੜਾ ਕੱਪੜਾ ਇਹ ਬਣਾਇਆ ਜਾਂਦਾ। ਤਾਂ ਇਹ ਸਾਡੇ ਕੋਲੇ ਸੀ ਬੁਣਤਾਂ, ਜਿਹਦੇ ਵਿੱਚ ਕੀ ਹੈਗਾ ਅਸੀਂ ਕੱਪੜੇ ਦੀ ਪਹਿਚਾਣ ਨੂੰ ਵੱਖਰੇ ਵੱਖਰੀਆਂ ਬੁਣਤਾਂ ਦੇ ਨਾਲ ਅਸੀਂ ਇਸ ਦੀ ਪਹਿਚਾਣ ਕਰ ਸਕਦੇ ਹਾਂ। ਹੁਣ ਸਾਡੇ ਕੋਲ ਆ ਗਿਆ, ਜਦੋਂ ਤੁਸੀਂ ਕਿਸੇ ਵੀ ਕੱਪੜੇ ਨੂੰ ਤਿਆਰ ਕਰਨ ਲਈ ਇੱਕ ਰੇਸ਼ਾ ਲੈਣਾ ਹੈਗਾ ਤਾਂ ਉਹਦੇ ਵਿੱਚ ਵੱਖਰੇ ਵੱਖਰੇ ਗੁਣ ਕੀ ਹੋਣੇ ਚਾਹੀਦੇ ਆ। ਤਾਂ ਰੇਸ਼ਿਆਂ ਦੇ ਵਿੱਚ ਗੁਣ ਕੀ ਹੋਣੇ ਚਾਹੀਦੇ, ਤਾਂ ਸਭ ਤੋਂ ਪਹਿਲਾਂ ਕੀ ਹੈਗਾ ਸਾਡੇ ਕੋਲੇ ਕੱਚਾ ਜਾਂ ਮੁੱਢਲੇ ਦੇ ਰੂਪ ਦੇ ਵਿੱਚ ਰੇਸ਼ਾ ਹੋਣਾ, ਮਜ਼ਬੂਤੀ, ਲਚਕੀਲਾਪਨ, ਇਕਸਾਰਤਾ, ਜੁੜਨ ਸ਼ਕਤੀ, ਰੇਸ਼ਿਆਂ ਵਿੱਚ ਚਮਕ, ਪਾਣੀ ਨੂੰ ਸੋਖਣ ਦੀ ਸ਼ਕਤੀ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲੇ ਆ ਗਿਆ ਰੇਸ਼ੇ ਦਾ ਮੁੱਖ ਗੁਣ ਹੈਗਾ ਕੱਚਾ ਅਤੇ ਮੁੱਢਲੇ ਰੂਪ ਦੇ ਵਿੱਚ ਰੇਸ਼ਾ ਹੋਣਾ। ਤਾਂ ਕੋਈ ਵੀ ਜਦੋਂ ਤੁਸੀਂ ਰੇਸ਼ੇ ਤੋਂ ਸੂਤ ਤਿਆਰ ਕਰਨਾ ਤਾਂ ਉਹਦੇ ਵਿੱਚ ਇਹ ਗੁਣ ਜਿਹੜੀ ਉਹਦੀ ਕੁਆਲਿਟੀ ਹੈ ਜ਼ਰੂਰ ਦੇਖੀ ਜਾਂਦੀ ਹੈ ਕਿ ਰੇਸ਼ੇ ਕੱਚੇ ਰੂਪ ਦੇ ਵਿੱਚ ਹੋਣ, ਸਟੈਪਲਰ ਰੇਸ਼ੇ ਹੋਣ ਤਾਂ ਮੁੱਢਲੇ ਰੂਪ ਦੇ ਵਿੱਚ ਹੋਣਗੇ, ਕਿਉਂਕਿ ਜੇ ਛੋਟੇ ਰੇਸ਼ੇ ਹੋਣਗੇ ਤਾਂ ਉਹਨਾਂ ਨੂੰ ਗੁੰਦਣ ਦੇ ਵਿੱਚ ਆਸਾਨੀ ਹੁੰਦੀ ਹੈ। ਠੀਕ ਹੈ, ਉਹਨੂੰ ਬਣਾਉਣ ਦੇ ਵਿੱਚ ਕੀ ਹੈਗਾ ਉਹਦੀ ਜਿਹੜੀ ਗੁਣਵੱਤਾ ਹੈਗੀ ਉਹਦੇ ਮੁੱਖ ਰੂਪ ਦੇ ਵਿੱਚ ਉਹਦਾ ਲਾਭ ਹੁੰਦਾ ਹੈ। ਤਾਂ ਇਸ ਤਰੀਕੇ ਨਾਲ ਕੀ ਹੈਗਾ ਛੋਟੇ ਰੇਸ਼ਿਆਂ ਤੋਂ ਜਿਹੜਾ ਕੱਪੜਾ ਤਿਆਰ ਕੀਤਾ ਜਾਂਦਾ ਉਹ ਬਹੁਤ ਹੀ ਵਧੀਆ ਰੂਪ ਦੇ ਵਿੱਚ ਜਿਹੜਾ ਹੈਗਾ ਬਣਦਾ ਹੈਗਾ। ਨੰਬਰ 2 ਤੇ ਕੀ ਮਜ਼ਬੂਤੀ। ਹੁਣ ਜਦੋਂ ਤੁਸੀਂ ਕੋਈ ਵੀ ਕੱਪੜਾ ਤਿਆਰ ਕਰਨਾ ਹੈਗਾ ਤਾਂ ਉਹਦੇ ਰੇਸ਼ਿਆਂ ਦੇ ਵਿੱਚ ਮਜ਼ਬੂਤੀ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਵਿੱਚ ਉਹਨਾਂ ਦੇ ਆਪਸ ਦੇ ਵਿੱਚ ਜੁੜਨ ਸ਼ਕਤੀ, ਜਿਹੜੇ ਤੁਸੀਂ ਸਟੈਪਲ ਰੇਸ਼ੇ ਤੁਸੀਂ ਲੈ ਰਹੇ ਹੋ ਤਾਂ ਉਹਨਾਂ ਨੂੰ ਆਪਸ ਦੇ ਵਿੱਚ ਜੋੜਨਾ, ਕਿਉਂਕਿ ਜਦੋਂ ਤੁਸੀਂ ਉਹਨੂੰ ਗੁੰਦ ਰਹੇ ਹੋ ਜਾਂ ਕਿਸੇ ਵੀ ਤਰੀਕੇ ਨਾਲ ਉਹਨੂੰ ਉਹਦਾ ਸੂਤ ਸਮਿਸ਼ਰਣ ਕਰ ਰਹੇ ਹੋ ਤਾਂ ਉਹਦੀ ਇਹਦੀ ਮਜ਼ਬੂਤੀ ਜ਼ਰੂਰ ਦੇਖੀ ਜਾਂਦੀ ਹੈ।
ਤਾਂ ਮਜ਼ਬੂਤ ਹੋਣਾ ਚਾਹੀਦਾ ਜੋ ਵੀ ਤੁਸੀਂ ਰੇਸ਼ਾ ਤਿਆਰ ਕਰ ਰਹੇ ਹੋ, ਤਾਂ ਜੋ ਜਿਹੜਾ ਕੱਪੜਾ ਹੈਗਾ ਤੁਹਾਡਾ ਸਹੀ ਬਣੇ। ਤਾਂ ਲਚਕੀਲਾਪਨ, ਜੇ ਕੱਪੜਾ ਮਜ਼ਬੂਤ ਹੈ ਤਾਂ ਉਹਦੇ ਵਿੱਚ ਲਚਕਪਣ ਵੀ ਹੋਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਕੱਪੜੇ ਦੀ ਬੁਣਾਈ ਕਰ ਰਹੇ ਹੋ ਤਾਂ ਰੇਸ਼ੇ ਦੇ ਵਿੱਚ ਇੰਨਾ ਕੁ ਲਚਕੀਲਾਪਣ ਹੋਣਾ ਚਾਹੀਦਾ, ਕਿਉਂਕਿ ਕਈ ਵਾਰੀ ਜਦੋਂ ਅਸੀਂ ਡਿਜ਼ਾਈਨਿੰਗ ਕਰਦੇ ਹਾਂ ਕੱਪੜੇ ਦੀ ਤਾਂ ਉਹਦੇ ਵਿੱਚ ਕਈ ਤਰ੍ਹਾਂ ਦੇ ਸਾਨੂੰ ਮੋੜਨੇ ਪੈਂਦੇ ਨੇ। ਤਾਂ ਇਸ ਤਰੀਕੇ ਦਾ ਰੇਸ਼ਾ ਅਸੀਂ ਵਰਤੋਂ ਵਿੱਚ ਲਿਆਉਣਾ ਹੈ ਕਿ ਉਸ ਦੇ ਵਿੱਚ ਲਚਕ ਹੋਣੀ ਜ਼ਰੂਰੀ ਹੈ। ਇਕਸਾਰਤਾ, ਕੱਪੜੇ ਦੇ ਵਿੱਚ ਜਦੋਂ ਅਸੀਂ ਤਿਆਰ ਕਰ ਰਹੇ ਹਾਂ ਤਾਂ ਉਹਦੀ ਇਕਸਾਰਤਾ ਕੀ ਹੁੰਦਾ ਹੈ, ਉਹਦੇ ਵਿੱਚ ਇਕਾਗਰਤਾ, ਜਿਵੇਂ ਕਹਿ ਲਓ ਇੱਕ ਲੜੀ ਦੇ ਵਿੱਚ ਜਿਵੇਂ ਅਸੀਂ ਕਹਿ ਲੈਂਦੇ ਕੋਈ ਕੰਮ ਕਰਨਾ, ਤਾਂ ਉਸੇ ਤਰ੍ਹਾਂ ਜਦੋਂ ਤੁਸੀਂ ਰੇਸ਼ਾ ਲੈ ਰਹੇ ਹੋ ਤਾਂ ਉਹਦੇ ਵਿੱਚ ਵੀ ਇਕਸਾਰਤਾ ਹੋਣੀ ਬਹੁਤ ਜ਼ਰੂਰੀ ਹੈ। ਜੇ ਕੋਈ ਰੇਸ਼ਾ ਇਕਸਾਰ ਦੇ ਰੂਪ ਦੇ ਵਿੱਚ ਸਟੈਪਲ ਰੇਸ਼ੇ ਤੁਸੀਂ ਲੈ ਰਹੇ ਹੋ, ਪਰ ਜਦੋਂ ਉਹਨਾਂ ਨੂੰ ਤੁਸੀਂ ਆਪਸ ਦੇ ਵਿੱਚ ਜੋੜਨਾ ਤਾਂ ਉਹ ਇਕਸਾਰ ਜੁੜਨੇ ਚਾਹੀਦੇ ਆ, ਤਾਂ ਉਹ ਤੁਹਾਡਾ ਜਿਹੜਾ ਰੇਸ਼ਾ ਹੈਗਾ ਉਸ ਤੋਂ ਜਿਹੜਾ ਸੂਤ ਸਹੀ ਤਰੀਕੇ ਨਾਲ ਕੱਤ ਕੇ ਸਹੀ ਤਰੀਕੇ ਦਾ ਜਿਹੜਾ ਹੈਗਾ ਕੱਪੜਾ ਅਸੀਂ ਬਣਾ ਸਕਦੇ ਹਾਂ। ਜੁੜਨ ਸ਼ਕਤੀ, ਹੁਣ ਰੇਸ਼ਿਆਂ ਦੇ ਵਿੱਚ ਆਪਸ ਦੇ ਵਿੱਚ ਜੁੜਨ ਸ਼ਕਤੀ ਬਹੁਤ ਹੋਣੀ ਜ਼ਰੂਰੀ ਹੈ, ਕਿਉਂਕਿ ਕੋਈ ਵੀ ਜਦੋਂ ਤੁਸੀਂ ਰੇਸ਼ੇ ਲੈਂਦੇ ਹੋ, ਕਿਉਂਕਿ ਜਿਹੜੇ ਜ਼ਿਆਦਾਤਰ ਅਸੀਂ ਕੱਪੜੇ ਬਣਾ ਰਹੇ ਹਾਂ ਉਹ ਅਸੀਂ ਸਟੈਪਲ ਰੇਸ਼ੇ, ਛੋਟੇ ਛੋਟੇ ਰੇਸ਼ਿਆਂ ਨੂੰ ਲੈ ਕੇ ਹੀ ਅਸੀਂ ਉਹਨਾਂ ਤੋਂ ਇੱਕ ਧਾਗਾ ਤਿਆਰ ਕਰਦੇ ਹਾਂ, ਜਿਸ ਦੇ ਨਾਲ ਅਸੀਂ ਉਹਦੀ ਬਾਅਦ ਦੇ ਵਿੱਚ ਬੁਣਤ ਬਣਾ ਕੇ ਉਸਦਾ ਕੱਪੜਾ ਤਿਆਰ ਕਰਨਾ। ਤਾਂ ਉਹਨਾਂ ਦੇ ਵਿੱਚ ਆਪਸੀ ਜੁੜਨ ਸ਼ਕਤੀ ਬਹੁਤ ਹੋਣਾ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਕਿ ਜਦੋਂ ਅਸੀਂ ਸਟੈਪਲ ਰੇਸ਼ਿਆਂ ਨੂੰ ਆਪਸ ਦੇ ਵਿੱਚ ਜੋੜਨਾ ਹੈ ਤਾਂ ਉਹ ਜੇ ਉਹਨਾਂ ਦੇ ਵਿੱਚ ਜੁੜਨ ਸ਼ਕਤੀ ਨਾ ਹੋਊਗੀ ਤਾਂ ਉਹ ਜਿਹੜੇ ਰੇਸ਼ੇ ਹੈਗੇ ਆ ਇੱਕ ਸਾਡੇ ਕੋਲੇ ਵਧੀਆ ਰੂਪ ਦੇ ਵਿੱਚ ਬਣ ਕੇ ਧਾਗਾ ਜਿਹੜਾ ਹੈਗਾ ਨਹੀਂ ਤਿਆਰ ਹੋ ਸਕਦਾ। ਇਸ ਕਰਕੇ ਉਹਦੇ ਵਿੱਚ ਜੁੜਨ ਸ਼ਕਤੀ ਹੋਣਾ ਬਹੁਤ ਜ਼ਰੂਰੀ ਹੈ। ਰੇਸ਼ਿਆਂ ਦੇ ਵਿੱਚ ਚਮਕ ਹੋਣਾ, ਕੱਪੜੇ ਨੂੰ ਜਦੋਂ ਤੁਸੀਂ ਤਿਆਰ ਕਰ ਰਹੇ ਹੋ ਤਾਂ ਉਸ ਦੇ ਰੇਸ਼ਿਆਂ ਵਿੱਚ ਚਮਕ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੇ ਰੇਸ਼ੇ ਹੈਗੇ ਆ ਉਹਨਾਂ ਨੇ ਕਈ ਵਿਧੀਆਂ ਦੇ ਵਿੱਚੋਂ ਨਿਕਲ ਕੇ ਉਹਨਾਂ ਦੀ ਬੁਣਾਈ ਤੱਕ ਦਾ ਕੱਪੜੇ ਤੱਕ ਪਹੁੰਚਣ ਦੇ ਲਈ ਕਾਫੀ ਜਿਹੜੀਆਂ ਹੈਗੀਆਂ ਪ੍ਰਸਥਿਤੀਆਂ ਦੇ ਵਿੱਚੋਂ ਲੰਘ ਕੇ ਆਉਣਾ ਹੁੰਦਾ। ਤਾਂ ਇਸ ਕਰਕੇ ਰੇਸ਼ਿਆਂ ਦੇ ਵਿੱਚ ਚਮਕ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਆਖਿਰ ਦੇ ਵਿੱਚ ਜਦੋਂ ਕੱਪੜੇ ਨੇ ਤਿਆਰ ਹੋਣਾ ਤਾਂ ਉਹਦੀ ਜਿਹੜੀ ਚਮਕ ਹੈ ਹਲਕੀ ਹਲਕੀ ਘਟਦੀ ਜਾਂਦੀ ਹੈ। ਇਸ ਕਰਕੇ ਜਿਹੜਾ ਸਟਾਰਟਿੰਗ ਦੇ ਵਿੱਚ ਅਸੀਂ ਰੇਸ਼ਾ ਲੈ ਰਹੇ ਹਾਂ ਤਾਂ ਉਹਦੀ ਜਿਹੜੀ ਰੇਸ਼ੇ ਦੀ ਚਮਕ ਹੈਗੀ ਆ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਉਸ ਤੋਂ ਬਾਅਦ ਪਾਣੀ ਨੂੰ ਸੋਖਣ ਦੀ ਸ਼ਕਤੀ, ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਅਸੀਂ ਇੱਕ ਰੇਸ਼ਾ ਲੈ ਲੈਂਦੇ ਹਾਂ, ਕੱਚੇ ਰੂਪ ਦੇ ਵਿੱਚ ਅਸੀਂ ਰੇਸ਼ਾ ਲਿਆ ਹੈ ਤਾਂ ਉਹਨੇ ਉਸੇ ਤਰ੍ਹਾਂ ਜਿਵੇਂ ਚਮਕ ਹੋਣਾ ਜ਼ਰੂਰੀ ਹੈ ਤਾਂ ਉਹਨੇ ਬਹੁਤ ਪ੍ਰਸਥਿਤੀਆਂ ਤੋਂ ਲੰਘਣਾ ਹੈ। ਉਸੇ ਤਰ੍ਹਾਂ ਹੀ ਕਿ ਪਾਣੀ ਨੂੰ ਸੋਖਣ ਦੀ ਸ਼ਕਤੀ ਹੋਣੀ ਚਾਹੀਦੀ ਹੈ ਰੇਸ਼ੇ ਦੇ ਵਿੱਚ, ਕਿਉਂਕਿ ਰੇਸ਼ੇ ਨੇ ਇਹ ਪਾਣੀ ਦੇ ਵਿੱਚੋਂ ਵੀ ਕਈ ਤਰੀਕਿਆਂ ਦੇ ਨਾਲ ਲੰਘ ਕੇ ਹੈਗਾ ਸਾਡੇ ਕੋਲੇ ਕੱਪੜੇ ਦੇ ਰੂਪ ਵਿੱਚ ਰੇਸ਼ੇ ਨੇ ਤਿਆਰ ਹੋ ਕੇ ਆਉਣਾ ਹੁੰਦਾ। ਤਾਂ ਉਹਦੇ ਵਿੱਚ ਪਾਣੀ ਨੂੰ ਸੋਖਣ ਦੀ ਸ਼ਕਤੀ, ਪਾਣੀ ਦੀਆਂ ਜਿਹੜੀਆਂ ਮਾਰ ਕੋਈ ਉਸ ਤਰੀਕੇ ਦੀ ਪੈਣੀ ਹੈ ਉਹਦੇ ਤੇ ਉਹਨੂੰ ਝੱਲਣ ਦੀ ਉਹਦੇ ਵਿੱਚ ਸ਼ਕਤੀ ਹੋਣੀ ਚਾਹੀਦੀ ਹੈ, ਕਿਉਂਕਿ ਰੇਸ਼ੇ ਨੂੰ ਅਸੀਂ ਕਾਫੀ ਮਾਤਰਾ ਦੇ ਤਰੀਕਿਆਂ ਦੇ ਨਾਲ ਸਾਫ਼ ਕਰਕੇ ਕੱਪੜੇ ਦੀ ਬੁਣਤ ਬਣਾਉਣ ਦੇ ਲਈ ਅਸੀਂ ਵਰਤਦੇ ਹਾਂ। ਤਾਂ ਇਸ ਕਰਕੇ ਉਹਦੇ ਵਿੱਚ ਜਿਹੜੀ ਉਹਨੂੰ ਸੋਖਣ ਦੀ ਸ਼ਕਤੀ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਅਸੀਂ ਜਦੋਂ ਕੱਪੜਾ ਬਣਾ ਰਹੇ ਹਾਂ ਤਾਂ ਉਹਦੇ ਵਿੱਚ ਹਲਕਾ ਜਿਹਾ ਉਹਨੂੰ ਜੇ ਪਾਣੀ ਦੇ ਨਾਲ ਸਾਨੂੰ ਲੋੜ ਪੈ ਗਈ ਤਾਂ ਜਿਹੜਾ ਸਾਡਾ ਰੇਸ਼ਾ ਹੈਗਾ ਉੱਥੇ ਹੀ ਖਤਮ ਹੋ ਜਾਵੇ। ਤਾਂ ਇਸ ਤਰੀਕੇ ਦੀਆਂ ਜਿਹੜੇ ਸਾਨੂੰ ਉਹਦੇ ਵਿੱਚ ਕੋਈ ਵੀ ਕੱਪੜੇ ਦੀ ਜਦੋਂ ਬੁਣਾਈ ਕਰਨ ਦੇ ਲਈ ਅਸੀਂ ਕਿਸੇ ਤਰੀਕੇ ਦਾ ਰੇਸ਼ਾ ਲੈਣਾ ਜਾਂ ਸੂਤ ਤਿਆਰ ਕਰਨ ਦੇ ਲਈ ਅਸੀਂ ਕੋਈ ਰੇਸ਼ਾ ਲੈਣਾ ਹੈਗਾ ਤਾਂ ਸਾਨੂੰ ਇਸ ਦੇ ਵਿੱਚ ਕੀ ਹੈਗਾ ਇਹ ਸਾਰੇ ਗੁਣ ਉਹਦੇ ਵਿੱਚ ਹੋਣੇ ਦੇਖਣੇ ਚਾਹੀਦੇ ਆ, ਉਹਨਾਂ ਦੇ ਵਿੱਚ ਇਹ ਗੁਣ ਜ਼ਰੂਰ ਹੋਣੇ ਚਾਹੀਦੇ ਆ। ਉਸ ਤੋਂ ਬਾਅਦ ਸਾਡੇ ਕੋਲੇ ਆ ਜਾਂਦਾ ਰੇਸ਼ਿਆਂ ਦਾ ਵਰਗੀਕਰਨ, ਜਿਵੇਂ ਕਿ ਅਸੀਂ ਸਟਾਰਟਿੰਗ 'ਚ ਪੜ੍ਹਿਆ ਕਿ ਸਾਡੇ ਕੋਲੇ ਰੇਸ਼ੇ ਕਈ ਤਰੀਕਿਆਂ ਦੇ ਨਾਲ ਅਸੀਂ ਪ੍ਰਾਪਤ ਕਰਦੇ ਹਾਂ। ਤਾਂ ਸਭ ਦੇ ਕੋਲੇ ਰੇਸ਼ੇ ਕਿਹੜੇ ਕਿਹੜੇ ਰੂਪ ਦੇ ਵਿੱਚ ਆਉਂਦੇ ਨੇ ਆਪਾਂ ਪਹਿਲਾਂ ਵੀ ਪੜ੍ਹ ਕੇ ਹਟੇ ਹਾਂ, ਜਿਹਦੇ ਵਿੱਚ ਸਟੈਪਲ, ਫਿਲਾਮੈਂਟ। ਸਟੈਪਲ ਰੇਸ਼ੇ ਕਿਹੜੇ ਹੁੰਦੇ ਨੇ, ਸੂਤੀ ਤੇ ਪਟਸਨ ਤੇ ਉਨੀ, ਜਿਹੜੇ ਕਿ ਛੋਟੇ ਰੇਸ਼ੇ ਹੁੰਦੇ ਨੇ, ਮਤਲਬ ਛੋਟੇ ਛੋਟੇ ਰੂਪ ਦੇ ਵਿੱਚ ਮਿਲਦੇ ਨੇ। ਫਿਲਾਮੈਂਟ ਹੁੰਦੇ ਨੇ ਲੰਬੇ ਰੇਸ਼ੇ, ਜਿਹਦੇ ਵਿੱਚ ਸਿਲਕ ਅਤੇ ਬਨਾਵਟੀ ਸਾਰੇ ਹੀ ਰੇਸ਼ੇ ਕੱਪੜੇ ਆ ਜਾਂਦੇ ਨੇ। ਨਾਈਲੋਨ, ਪੋਲਿਸਟਰ ਧਾਤਾਂ ਤੋਂ ਜਿਵੇਂ ਚਾਂਦੀ, ਸੋਨੇ ਦੇ, ਗਲਾਸ ਫਾਈਬਰ ਆਦਿ ਜਿਹੜੇ ਸਾਨੂੰ ਰੇਸ਼ੇ ਪ੍ਰਾਪਤ ਹੁੰਦੇ ਨੇ ਤਾਂ ਉਹ ਸਾਡੇ ਕੋਲੇ ਫਿਲਾਮੈਂਟ ਰੇਸ਼ੇ ਇੱਕ ਲੰਬੇ ਰੂਪ ਦੇ ਵਿੱਚ ਜਿਹੜਾ ਸਾਡੇ ਕੋਲੇ ਰੇਸ਼ਾ ਤਿਆਰ ਮਿਲਦਾ ਹੈਗਾ ਸਾਨੂੰ, ਉਹ ਸਾਡੇ ਕੋਲੇ ਫਿਲਾਮੈਂਟ ਰੇਸ਼ੇ ਹੁੰਦੇ ਨੇ। तो ਇਹ ਸੀ ਮੇਰਾ ਅੱਜ ਦਾ ਟੌਪਿਕ, ਜਿਹਦੇ ਵਿੱਚ ਮੈਂ ਤੁਹਾਨੂੰ ਰੇਸ਼ਿਆਂ ਬਾਰੇ ਜਾਣਕਾਰੀ ਦਿੱਤੀ ਕਿ ਇੱਕ ਰੇਸ਼ੇ ਤੋਂ ਅਸੀਂ ਕਿਸ ਤਰੀਕੇ ਨਾਲ ਸੂਤ ਤਿਆਰ ਕਰਦੇ ਹਾਂ। ਤਾਂ ਇਸ ਤੋਂ ਬਾਅਦ ਆਪਾਂ ਨੈਕਸਟ ਵੀਕ ਦੇ ਵਿੱਚ ਫੈਬਰਿਕ ਫੰਡਾਮੈਂਟਲ ਪਾਰਟ 2 ਦੇ ਵਿੱਚ ਪੜਾਂਗੇ ਕਿ ਇਸ ਤੋਂ ਕਿਸ ਤਰੀਕੇ ਨਾਲ ਅਸੀਂ ਕੱਪੜਾ ਬਣਾ ਕੇ ਤੇ ਕੱਪੜੇ ਨੂੰ ਵੱਖ-ਵੱਖ ਤਰੀਕਿਆਂ ਨਾਲ ਅਸੀਂ ਕਿਸ ਤਰੀਕੇ ਨਾਲ ਜਾਣ ਸਕਦੇ ਹਾਂ ਕਿ ਕਿਹੜਾ ਕੱਪੜਾ ਕਿਹੜੀ ਕਿਸਮ ਦਾ ਹੁੰਦਾ। ਹੁਣ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਕੁਐਸਚਨ ਹੈਗਾ ਤਾਂ ਰਾਈ ਮੈਨੂੰ ਤੁਸੀਂ ਹੈਂਡ ਰੇਜ਼ ਕਰਕੇ ਪੁੱਛ ਸਕਦੇ ਹੋ। हेलो, हाँ जी मैम अनम्यूट कर लियो जी, क्वेश्चन होन के ले लियो जी। जी अनम्यूट कर लो मैम, अनम्यूट।
हेलो है नहीं मैडम वैसे इंक्वायरी किसी दी भी जी मैम ठीक है जी, थैंक यू सो मच मैम, थैंक यू। थैंक यू मैम थैंक यू